2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕਨਾਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कनाडा, जिन्हां नूं साफ सुथरे रिकॉर्ड ते 2 साल तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कनाडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। ਸੇਖੋ Immigration Services, ਗੁਰਸ਼ਰਨ ਸੇਖੋ, 22693 Hesperian Boulevard, Suite 250, Hayward, California. Call 510-200-9988। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਲੌਂਗ ਹਾਲ ਚੱਲਣ ਵਾਲੇ ਟਰੱਕਰ ਵੀਰ ਇੱਕ ਨੰਬਰ ਨੋਟ ਕਰ ਲਓ। ਨੰਬਰ ਹੈ ਜੀ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਦਾ 2063544060, ਜਗਦੇਵ ਸੰਧੂ ਹੋਰਾਂ ਦਾ 2532666924। ਇਹ ਸੈਟਲ ਏਰੀਆ ਦੇ ਵਿੱਚ ਲੋਕਲ ਏਰੀਆ ਲਈ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ। ਸਭ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਚਰਚਾ ਕਰੀਏ ਅਕਾਲੀ ਦਲ ਦੇ ਵਿੱਚ ਵੱਲੋਂ ਲਗਾਤਾਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਇੱਕ ਤਰ੍ਹਾਂ ਨਾਲ ਗੱਲ ਕਰੀਏ, ਪਹਿਲਾਂ ਪਾਰਟੀ ਦੀ ਕੋਰ ਕਮੇਟੀ ਬੈਠਦੀ, ਸਿਲੈਕਸ਼ਨ ਕਮੇਟੀ ਬਣਦੀ, ਐਪਲੀਕੇਸ਼ਨਾਂ ਲਈਆਂ ਜਾਂਦੀਆਂ, ਇੱਕ ਡੈਮੋਕ੍ਰੈਟਿਕ ਪ੍ਰੋਸੈਸ ਅਪਣਾਇਆ ਸੀ। ਹੁਣ ਜਿੱਥੇ ਜਾਂਦੇ ਨੇ ਉਹ ਕਰੀ ਜਾਂਦੇ ਨੇ। ਅਫਸਰਾਂ ਦੀਆਂ ਬਦਲੀਆਂ ਸੁਣੀਆਂ ਸੀ, ਹੁਣ ਤਾਂ ਕਹਿੰਦੇ ਕੈਂਡੀਡੇਟਾਂ ਦੀਆਂ ਵੀ ਬਦਲੀਆਂ ਹੋ ਗਈਆਂ। ਕੋਈ ਬੱਲੂਆਣੇ ਤੋਂ ਚੱਕ ਕੇ ਦਿਹਾਤੀ ਤੋਂ ਚੱਕ ਕੇ ਪੁੱਛੋ ਤੋਂ ਚੱਕ ਕੇ ਕਿਤੇ। ਦਰਅਸਲ ਦਾਨੀਲੀਆ ਸਾਹਿਬ, ਗੱਲ ਇਹ ਹੈ ਕਿ ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਲੋਕਤੰਤਰ ਨਾ ਰਵੇ ਜੀ, ਉਦੋਂ ਹਾਲ ਇਹੀ ਹੁੰਦਾ ਹੈ। ਅਕਾਲੀ ਦਲ ਦੇ ਇਤਿਹਾਸ ਦੇ ਉੱਤੇ ਆਪਾਂ ਨਜ਼ਰ ਮਾਰੀਏ ਤਾਂ ਅਕਾਲੀ ਦਲ ਗੁਰਦੁਆਰਾ ਲਹਿਰ ਦੇ ਵਿੱਚੋਂ ਨਿਕਲੀ ਹੋਈ ਇੱਕ ਪੋਲੀਟੀਕਲ ਪਾਰਟੀ ਸੀ ਜੀ। ਜਦੋਂ ਸ਼ੁਰੂ ਦੇ ਵਿੱਚ ਅਕਾਲੀ ਦਲ ਬਣਾਇਆ ਗਿਆ, ਕਾਹਦੇ ਵਾਸਤੇ ਬਣਾਇਆ ਸੀ? ਉਹ ਇਸ ਵਾਸਤੇ ਬਣਾਇਆ ਸੀ ਕਿ ਗੁਰਦੁਆਰਿਆਂ ਨੂੰ, ਗੁਰਧਾਮਾਂ ਨੂੰ ਆਜ਼ਾਦ ਕਰਵਾ, ਔਰ ਇਹਨਾਂ ਨੂੰ ਆਜ਼ਾਦ ਕਰਵਾ ਕੇ ਇਹਦੀ ਥਾਂ ਦੇ ਉੱਤੇ ਇੱਕ ਜਿਹੜਾ ਹੈਗਾ ਜਥੇਬੰਦਕ ਢਾਂਚਾ, ਲੋਕਾਂ ਦਾ ਚੁਣਿਆ ਹੋਇਆ ਢਾਂਚਾ ਹੋਣਾ ਚਾਹੀਦਾ, ਨਾ ਕਿ ਮਹੰਤ ਹੋਣ। ਜੀ ਜੀ। ਆਪਾਂ ਨੂੰ ਇਸ ਗੱਲ ਦਾ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਪਹਿਲਾਂ ਮਹੰਤਾਂ ਦਾ ਬੋਲਬਾਲਾ ਹੁੰਦਾ ਸੀ,
ਔਰ ਉਹਨਾਂ ਮਹੰਤਾਂ ਨੇ ਕੀ ਚੰਦ ਚਾੜੇ ਸੀ ਜੀ ਇਹਦਾ ਸਭ ਤੋਂ ਵੱਡਾ ਸਬੂਤ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਆਪਣੇ ਸਾਹਮਣੇ ਬਿਲਕੁਲ ਜੀ। ਠੀਕ ਹੈ। ਔਰ ਉਸ ਵੇਲੇ ਕਿਉਂਕਿ ਭਾਵੇਂ ਠੀਕ ਹੈ ਆਪਾਂ ਕੁਝ ਵੀ ਕਹੀਏ ਵੀ ਪੋਲੀਟੀਕਲ ਪਾਰਟੀ ਮਗਰੋਂ ਬਣੀ ਹੈ, ਲੇਕਿਨ ਇਹ ਨਹੀਂ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਨਹੀਂ ਸੀ ਜੀ। ਜਾਗਦੀ ਜ਼ਮੀਰ ਵਾਲੇ ਸਿੱਖ ਸੀ ਤੇ ਉਹਨਾਂ ਨੇ ਉਸ ਵੇਲੇ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰਾਂ ਦੇ ਉੱਤੇ ਆਪੋ ਆਪਣੇ ਜਥੇ ਬਣਾ ਲਏ ਸੀ ਜੀ। ਉਹ ਜਥੇ ਜਿਹੜੇ ਹੈਗੇ ਮਹੰਤਾਂ ਦੇ ਖਿਲਾਫ ਲੜਾਈ ਲੜਦੇ ਹੁੰਦੇ ਸੀ। ਉਹਨਾਂ ਦੇ ਇਹ ਜਿਹੜੇ ਕੁਕਰਮ ਸੀ ਉਹਨਾਂ ਦੇ ਖਿਲਾਫ ਜੂਝਦੇ ਹੁੰਦੇ ਸੀ। ਔਰ ਉਹਨਾਂ ਨੂੰ ਜੇ ਆਪਾਂ ਕਹੀਏ ਤਾਂ ਉਹ ਜਿਹੜੇ ਜਥੇ ਹੁੰਦੇ ਸੀ ਜਿਹੜੇ ਉਹ ਆਪਾ ਬਾਰੂ ਜਥੇ ਹੁੰਦੇ ਸੀ ਜੀ। ਮਤਲਬ ਉਹਨਾਂ ਦਾ ਫੈਸਲਾ ਹੁੰਦਾ ਸੀ ਕਿ ਅਸੀਂ ਜਿਉਂਦੇ ਰਹੀਏ ਜਾਂ ਨਾ ਰਹੀਏ, ਘੱਟੋ ਘੱਟ ਅਸੀਂ ਮਹੰਤਾਂ ਤੋਂ ਇਹਨਾਂ ਨੂੰ ਆਜ਼ਾਦ ਕਰਾਉਣਾ ਗੁਰਦੁਆਰਿਆਂ ਨੂੰ। ਤੇ ਫਿਰ ਉਸ ਵੇਲੇ ਮਹਿਸੂਸ ਹੋਇਆ ਕਿ ਅਲੱਗ-ਅਲੱਗ ਜਥਿਆਂ ਦੀ ਬਜਾਏ ਇਹਨਾਂ ਸਾਰਿਆਂ ਨੂੰ ਸੂਤਰਬੱਧ ਕੀਤਾ ਜਾਵੇ ਜੀ ਔਰ ਇੱਕ ਪਾਰਟੀ ਬਣਾਈ ਜਾਵੇ। ਉਹ ਬਣ ਗਈ ਸੀ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਜੀ। ਔਰ ਉਹ ਲੜਾਈ ਚੱਲਦਿਆਂ ਕਿੱਥੋਂ ਤੱਕ ਪਹੁੰਚੀ, ਕਿੱਥੋਂ ਤੱਕ ਉਹ ਲੜਾਈ ਪਹੁੰਚੀ ਉਹ ਆਪਣੇ ਯਾਦ ਆ ਚੰਗੀ ਤਰ੍ਹਾਂ। ਜਦੋਂ ਚਾਬੀਆਂ ਦਾ ਮੋਰਚਾ ਲੱਗਿਆ, ਚਾਬੀਆਂ ਦਾ ਮੋਰਚੇ ਵੇਲੇ ਸਰਕਾਰ ਜਿਹੜੀ ਹੈ ਅੰਗਰੇਜ਼ ਸਰਕਾਰ ਮਜਬੂਰ ਹੋ ਗਈ ਸੀ। ਇਹ ਚੱਕ ਕੇ ਲਿਆ ਕੇ ਪੰਥ ਨੂੰ ਕਹਿਤਾ ਸੀ ਕਿ ਆਹ ਚਾਬੀਆਂ ਸਾਂਭ ਲਓ। ਬਾਬਾ ਖੜਕ ਸਿੰਘ ਹੋਰਾਂ ਨੂੰ ਕਿਹਾ ਤੁਸੀਂ ਚਾਬੀਆਂ ਲੈ ਲਓ, ਜਾ ਕੇ ਸੈਸ਼ਨ ਕੋਰਟ ਚੋਂ ਲੈ ਆਓ, ਜੱਜ ਕੋਲੋਂ ਲੈ ਆਓ। ਕਹਿੰਦੇ ਵੀ ਇਸ ਤਰ੍ਹਾਂ ਨਹੀਂ, ਚਾਬੀਆਂ ਸਾਡੇ ਕੋਲੇ ਤੁਰ ਕੇ ਆਉਣਗੀਆਂ। ਔਰ ਕੋਲੇ ਤੁਰ ਕੇ ਆਈਆਂ ਸੀ। 1920 ਦੇ ਵਿੱਚ ਅਕਾਲੀ ਦਲ ਬਣਿਆ। ਇਸ ਅਕਾਲੀ ਦਲ ਨੇ ਜੰਗੇ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜੀ। ਕਿੰਨੇ ਮੋਰਚੇ ਲੱਗੇ, ਉਹਨਾਂ ਮੋਰਚਿਆਂ ਦਾ ਜੇ ਆਪਾਂ ਦੇਖੀਏ ਤਾਂ ਇੱਕ ਕਿਤਾਬ ਲਿਖੀ ਹੋਈ ਹੈ ਅਕਾਲੀ ਮੋਰਚਿਆਂ ਦਾ ਇਤਿਹਾਸ। ਔਰ ਇਹ ਕਿਤਾਬ ਜਿਹੜੀ ਲਿਖੀ ਹੋਈ ਹੈ, ਇਹ ਕਿਤਾਬ ਇੱਕ ਬਹੁਤ ਵੱਡੇ ਇਤਿਹਾਸਕਾਰ ਦੀ ਸੋਹਣ ਜੋਸ਼ ਦੀ ਲਿਖੀ ਹੋਈ ਹੈ। ਔਰ ਉਸ ਕਿਤਾਬ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਨਾ ਬੜਾ ਲੁਤਫ ਆਉਂਦਾ ਹੈ ਕਿ ਕਿਹੋ ਜਿਹੇ ਸਿਰਲੱਤ ਯੋਧੇ ਸੀ। ਆਹ ਤੁਹਾਡੇ ਸਾਹਮਣੇ ਜੈਤੋ ਦਾ ਮੋਰਚਾ ਲੱਗਿਆ ਸੀ ਜੀ। ਜੈਤੋ ਦੇ ਮੋਰਚੇ ਨੂੰ ਜੇ ਅਸੀਂ ਦੇਖੀਏ ਤਾਂ ਕੱਲਾ ਸਿਰਫ ਤੇ ਸਿਰਫ ਮੈਂ ਇਹਨੂੰ ਕਹੂੰਗਾ ਦੇਸ਼ ਭਗਤੀ ਦਾ ਮੋਰਚਾ ਸੀ। ਅੱਛਾ ਜੀ। ਕਿਉਂਕਿ ਮਹਾਰਾਜਾ ਨਾਭਾ ਜਿਹੜਾ ਇੱਕ ਦੇਸ਼ ਭਗਤ ਰਾਜਾ ਸੀ ਜੀ, ਜਿਹੜਾ ਸਿੱਖਾਂ ਦੀ ਵੀ ਇੱਜ਼ਤ ਕਰਦਾ ਸੀ, ਸਿੱਖਾਂ ਦਾ ਸਤਿਕਾਰ ਕਰਦਾ ਸੀ, ਜੰਗੇ ਆਜ਼ਾਦੀ ਦੇ ਜਿਹੜੇ ਪਰਵਾਨੇ ਸੀ ਉਹਨਾਂ ਦੀ ਸਪੋਰਟ ਕਰਦਾ ਸੀ ਜੀ। ਅਲਟੀਮੇਟਲੀ ਜਦੋਂ ਅੰਗਰੇਜ਼ਾਂ ਨੇ ਉਹਨੂੰ ਲਾਹ ਦਿੱਤਾ ਤਾਂ ਉਹਦੇ ਲਾਉਣ ਦੇ ਖਿਲਾਫ ਸਿੱਖਾਂ ਨੇ ਜੈਤੋ ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਇੱਕ ਅਖੰਡ ਪਾਠ ਕਰਵਾਇਆ। ਉਹ ਅਖੰਡ ਪਾਠ ਨੂੰ ਖੰਡਿਤ ਕਰਤਾ ਸੀ ਜੀ। ਤੇ ਜਦੋਂ ਉਸ ਅਖੰਡ ਪਾਠ ਨੂੰ ਖੰਡਿਤ ਕੀਤਾ ਸੀ ਫਿਰ ਉੱਥੇ ਮੋਰਚਾ ਲੱਗਿਆ ਸੀ। ਉਸ ਮੋਰਚੇ ਦੇ ਚੱਲਦਿਆਂ ਫਿਰ ਕੀ ਕੁਛ ਹੋਇਆ ਆਪਾਂ ਨੂੰ ਸਾਰਾ ਪਤਾ ਹੀ ਹੈ, ਸਾਰੀ ਦੁਨੀਆ ਨੂੰ ਪਤਾ ਕਿ ਜੈਤੋ ਦਾ ਮੋਰਚਾ ਕਿੱਡਾ ਮਜ਼ਬੂਤ ਸੀ। ਸੋ ਇਹ ਦੇਖੀਏ ਅਸੀਂ ਜੰਗੇ ਆਜ਼ਾਦੀ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ। ਉਹ ਅਕਾਲੀ ਦਲ ਅਕਾਲੀ ਦਲ ਦੀ ਜਿਹੜੀ ਹੈ, ਮੇਰਾ ਉਹ ਸਮਾਂ ਯਾਦ ਆ ਨਾਲ ਬੜੇ ਪ੍ਰਾਊਡਲੀ ਅਕਾਲੀ ਨਹੀਂ ਤੁਸੀਂ ਦੇਖੋ ਨਾ ਵੀ ਹੁਣ ਕੀ ਹੈ। ਹੁਣ ਕਦੇ ਤੁਸੀਂ ਅਕਾਲੀ ਦਲ ਦੀ ਮੈਂਬਰਸ਼ਿਪ ਹੁੰਦੀ ਦੇਖੀ ਹੈ? ਨਾ, ਕਿਤੇ ਨਹੀਂ। ਕੱਲੇ ਬਣਾਉਂਦੇ ਤੇ ਵੀ ਆ ਫਲਾਣਾ ਪ੍ਰਧਾਨ ਲਾਦਾ ਧਮਕਾ ਪ੍ਰਧਾਨ ਲਾ, ਆਈ ਨਹੀਂ ਪਤਾ ਉਹ ਅਨੀਸ਼ ਮੈਂਬਰ ਹੈਗਾ ਵੀ ਮੈਂਬਰ ਹੈਗਾ ਕਿ ਹੈ ਨਹੀਂ। ਕੋਈ ਜ਼ਮਾਨਾ ਹੁੰਦਾ ਸੀ ਤੇ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਜਿਹੜੀ ਹੈ ਭਰਤੀ ਹੁੰਦੀ ਸੀ, ਪਿੰਡ ਮਹੱਲਿਆਂ ਦੇ ਵਿੱਚ ਭਰਤੀ ਹੁੰਦੀ ਸੀ। ਉਹਨਾਂ ਦੇ ਵਿੱਚੋਂ ਫਿਰ ਡੈਲੀਗੇਟ ਚੁਣੇ ਜਾਂਦੇ ਸੀ ਜੀ। ਔਰ ਡੈਲੀਗੇਟ ਜਿਹੜੇ ਹੈਗੇ ਆ ਪਹਿਲਾਂ ਬਲਾਕਾਂ ਦੇ ਡੈਲੀਗੇਟ ਹੁੰਦੇ ਸੀ, ਜਿਹਨਾਂ ਨੂੰ ਸਰਕਲ ਦੇ ਆਪਾਂ ਡੈਲੀਗੇਟ ਕਹਿੰਦੇ, ਸਰਕਲ ਜਥੇ ਚੁਣਦੇ। ਫਿਰ ਉਹ ਜ਼ਿਲ੍ਹਾ ਜਥੇਦਾਰ ਚੁਣਦੇ ਉਹਨਾਂ ਦੇ ਵਿੱਚੋਂ। ਮੇਰੇ ਖਿਆਲ ਮੁਤਾਬਕ ਮੈਨੂੰ ਜਿੰਨੀ ਕੁ ਜਾਣਕਾਰੀ ਹੈ ਕਿ ਜਿਹੜੀ ਲਾਸਟ ਡੈਲੀਗੇਟਾਂ ਦੀ ਲਿਸਟ ਸੀ ਨਾ ਜੀ, ਉਹ ਲਿਸਟ ਜਿਹੜੀ ਹੈਗੀ ਆ ਸੰਤ ਹਰਚੰਦ ਸਿੰਘ ਲੌਂਗੋਵਾਲ ਵੇਲੇ ਬਣੀ ਸੀ ਜੀ। ਔਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਉਸ ਲਿਸਟ ਦੀ ਇੱਕ ਨਕਲ ਆਪਣੇ ਕੋਲ ਰੱਖੀ ਹੋਈ ਸੀ ਜੀ। ਇੱਕ ਨਕਲ ਉਹਨੇ ਜਿਹੜੀ ਹੈ ਉਹ ਦੇ ਦਿੱਤੀ ਸੀਗੀ ਨਾ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ, ਅੱਛਾ, ਜਿਹੜੇ ਸੈਕਟਰੀ ਹੁੰਦੇ ਸੀ ਇਹਨਾਂ ਦੇ। ਔਰ ਇੱਕ ਉਹਨਾਂ ਨੇ ਨਕਲ ਦਿੱਤੀ ਸੀਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੂੰ ਕਿ ਕਿਸੇ ਵੇਲੇ ਲੋੜ ਪੈ ਸਕਦੀ ਹੈ, ਮੇਰਾ ਪਤਾ ਨਹੀਂ ਕੁਛ ਐਸਾ ਵੈਸਾ ਹੋ ਜਾਏ ਤੇ ਆਹ ਸੰਭਾਲ ਲਓ। ਆਈ ਨਹੀਂ ਪਤਾ ਵੀ ਦੋਹਾਂ ਦਾ ਹੀ ਕੁਛ ਹੋ ਜਾਏ। ਹਾਂ ਵੀ ਆਹ ਸੰਭਾਲ ਲਓ। ਤੇ ਉਹ ਤੋਂ ਬਾਅਦ ਤਾਂ ਮੇਰਾ ਖਿਆਲ ਕਦੇ ਕੋਈ ਹੋਈ ਨਹੀਂ। ਚਲੋ ਆਪਾਂ ਦੇਖੀਏ ਤਾਂ ਕਿਸੇ ਹੱਦ ਤੱਕ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਏ ਜੀ, ਜਿੰਨੀ ਦੇਰ ਤੱਕ ਪ੍ਰਕਾਸ਼ ਸਿੰਘ ਬਾਦਲ ਰਹੇ, ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਵੀ ਭਾਵੇਂ ਮਤਲਬ ਜਿਹੜੀ ਹੈਗੀ ਹੈ ਕਹਿ ਸਕਦੇ ਆਪਾਂ ਡੈਮੋਕ੍ਰੈਟਿਕ ਨਹੀਂ, ਮੈਂ ਇਹਨੂੰ ਕਹੂੰਗਾ ਸ਼ਬਦ ਆਪਹੁਦਰਾਪਨ ਕਿ ਆਪਣੀ ਮਰਜ਼ੀ ਕਰਨੀ ਹੈ। ਸ਼ਬਦ ਥੋੜਾ ਜਿਹਾ ਸਖਤ ਹੈ, ਲੇਕਿਨ ਇਹ ਆਪਣੀ ਮਰਜ਼ੀ ਕਰਦੇ ਸੀ। ਪਰ ਉਸ ਵੇਲੇ ਜਥੇਦਾਰੀ ਕਲਚਰ ਸੀਗਾ। ਉਹ ਜਥੇਦਾਰ ਸਾਹਿਬਾਨ ਜਿਹੜੇ ਆ, ਚਾਹੇ ਸੰਤ ਹਰਚੰਦ ਸਿੰਘ ਆਪਣਾ ਸੰਤ ਫਤਿਹ ਸਿੰਘ ਹੁੰਦੇ, ਚਾਹੇ ਸੰਤ ਚੰਨਣ ਸਿੰਘ ਹੁੰਦੇ, ਚਾਹੇ ਮੋਹਨ ਸੁੱਤੜ ਹੁੰਦੇ, ਜਥੇਦਾਰ ਜਗਦੇਵ ਸਿੰਘ ਤਲਵੰਡੀ ਹੁੰਦੇ, ਇੱਥੋਂ ਤੱਕ ਕਿ ਜਿਹੜੇ ਹੈਗੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਕਿਸੇ ਹੱਦ ਤੱਕ ਜਿਹੜਾ ਹੈਗਾ ਪਹਿਰਾ ਦਿੰਦੇ ਰਹੇ ਸੀ ਕਿ ਜਿਹੜਾ ਹੈਗਾ ਜਥੇਦਾਰ ਕਲਚਰ ਤੋਂ ਬਾਹਰ ਨਾ ਜਾਇਆ ਜਾਵੇ। ਫੈਸਲੇ ਜਿਹੜੇ ਹੈਗੇ ਉਹ ਵਰਕਿੰਗ ਕਮੇਟੀ ਦੇ ਸੀ। ਆਹ ਕੋਰ ਕਮੇਟੀਆਂ ਦਾ ਹੋਣਾ ਹੀ ਹੈ, ਪੋਲੀਟੀਕਲ ਕਮੇਟੀਆਂ ਦਾ ਹੋਣਾ ਹੀ ਹੈ। ਪਹਿਲਾਂ ਸਿਰਫ ਤੇ ਸਿਰਫ ਵਰਕਿੰਗ ਕਮੇਟੀ ਹੁੰਦੀ ਸੀ ਅਕਾਲੀ ਦਲ ਦੀ ਜੀ। ਔਰ ਉਸ ਵਰਕਿੰਗ ਕਮੇਟੀ ਦੇ ਵਿੱਚ ਫੈਸਲੇ ਲਏ ਜਾਂਦੇ ਸੀ। ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਵੇਂ ਜਿਵੇਂ ਬਜ਼ੁਰਗ ਹੁੰਦੇ ਗਏ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਅੱਗੇ ਆ ਗਏ ਜੀ। ਇਲਜ਼ਾਮ ਇਹ ਲੱਗ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਇੱਕ ਕਾਰਪੋਰੇਟ ਕੰਪਨੀ ਵਾਂਗੂ ਚਲਾਉਣਾ ਸ਼ੁਰੂ ਕਰਤਾ ਜੀ।
ਪਿਛਲੀ ਆਪਾਂ 10 ਸਾਲਾਂ ਦੀ ਹਕੂਮਤ ਦੇਖੀ, ਉਸ 10 ਸਾਲਾਂ ਦੀ ਹਕੂਮਤ ਦੇ ਵਿੱਚ ਵੀ ਜੀ ਭਾਵੇਂ ਠੀਕ ਆ ਵੀ ਹੁੰਦੇ ਸੀ ਜੀ, ਆ ਸਰਕਲ ਜਥੇਦਾਰ ਫਲਾਣਾ ਹੈ ਜੀ, ਆ ਜ਼ਿਲ੍ਹਾ ਜਥੇਦਾਰ ਜ਼ਿਲ੍ਹਾ ਫਲਾਣਾ ਹੈ ਜੀ, ਹਾਂਜੀ। ਆ ਕੈਬਨਿਟ ਮੰਤਰੀ ਜੀ, ਕੌਣ ਕੈਬਨਿਟ ਵਾਲਿਆਂ ਨੂੰ ਪੁੱਛਦਾ ਸੀ? ਕੈਬਨਿਟ ਦੇ ਵਿੱਚ ਤਾਂ ਸਿਰਫ ਆਉਂਦਾ ਸੀ ਜੀ ਆ ਮੋਹਰਾਂ ਲਾ ਦਿਓ, ਜੀ, ਜੀ। ਆ ਦਸਤਖਤ ਕਰ ਦਿਓ, ਦਸਤਖਤ ਸੀ। ਪਰ ਐਤਕੀ ਤਾਂ ਜਮਾ ਮਤਲਬ ਹੱਦ ਹੀ ਲਾ ਦਿੱਤੀ। ਮੇਰਾ ਗੱਲ ਆ ਵੀ ਕੋਈ ਪੋਲੀਟੀਕਲ ਪਾਰਟੀ ਨਹੀਂ ਜਿਹੜੀ ਯਕ ਮੁਸ਼ਤ, ਇਹ ਤਾਂ ਹੁੰਦਾ ਕਿ ਕਿਸ਼ਤਾਂ ਦੇ ਵਿੱਚ 2 ਕਿਸ਼ਤਾਂ ਦੇ ਵਿੱਚ ਤੁਸੀਂ ਕੈਂਡੀਡੇਟਸ ਦਾ ਫੈਸਲਾ ਕਰ ਲਓ, ਪਹਿਲਾਂ ਜਿਹੜੀਆਂ ਸੌਖੀਆਂ ਸੀਟਾਂ ਉਹਦਾ ਫੈਸਲਾ ਕਰ ਲਓ, ਔਰ ਉਹ ਫੈਸਲਾ ਜਿਹੜਾ ਹੈਗਾ ਉਹ ਇੱਕ ਕਲੈਕਟਿਵ ਲੀਡਰਸ਼ਿਪ ਵੱਲੋਂ ਕੀਤਾ ਜਾਂਦਾ ਸੀ ਜੀ। ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ, ਉਹਦੇ ਵਿੱਚ ਵਿਚਾਰ ਲੈ ਜੀ ਆਹ ਨਾ ਹੈ ਤੇ ਆਹ ਨਾ ਹੈ, ਇਹ ਉਹਨਾਂ ਦੇ ਉੱਤੇ ਹੁੰਦਾ ਸੀ। ਫਿਰ ਉਹ ਤੋਂ ਬਾਅਦ ਇਹ ਹੋਇਆ ਚਲੋ ਇੱਕ ਪੜਾਅ ਹੋ ਗਿਆ, ਦੂਜਾ ਪੜਾਅ ਹੋ ਗਿਆ, ਤੀਜਾ ਪੜਾਅ ਹੋ ਗਿਆ, ਉਸ ਦੇ ਉੱਤੇ ਅਕਾਲੀ ਦਲ ਦਾ ਪ੍ਰਧਾਨ ਆਪ ਦਾ ਜਿਹੜਾ ਹੈਗਾ ਫੈਸਲਾ ਸਭ ਤੋਂ ਮਗਰੋਂ ਕਰਦਾ ਹੁੰਦਾ ਸੀ। ਜੀ ਜੀ। ਆਪ ਨਹੀਂ ਕਰਨਾ ਤਾਂ ਵਰਕਿੰਗ ਕਮੇਟੀ ਨੇ। ਲੇਕਿਨ ਤੁਸੀਂ ਇੱਥੇ ਬੜੀ ਇੱਕ ਅਜੀਬ ਗੱਲ ਦੇਖੀ ਉਹਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਜਿਹੜਾ ਫੈਸਲਾ ਕੀਤਾ ਉਹ ਆਪ ਦਾ ਕੀਤਾ ਸੀ ਵੀ ਮੈਂ ਲੜੂੰ ਇੱਥੋਂ, ਮੈਂ ਤਾਂ ਲੜੂੰਗਾ ਤੇ ਆਪ ਹੀ ਕਹਿ ਰਹੇ ਵੀ ਮੈਂ ਮੁੱਖ ਮੰਤਰੀ ਵੀ ਬਣੂੰਗਾ। ਪਾਰਟੀ ਨੂੰ ਕੋਈ ਨਹੀਂ, ਪਾਰਟੀ ਨੇ ਕਿੱਥੇ ਫੈਸਲਾ ਕੀਤਾ ਨਾ, ਇਹਦਾ ਖੁਦ ਹੀ ਕਰ ਲਿਆ, ਇਹ ਤਾਂ ਇਹਨਾਂ ਨੇ ਖੁਦ ਫੈਸਲਾ ਕਰ ਲਿਆ। ਹੁਣ ਜਿਹੜੇ ਕੱਲਾ ਕਰਕੇ ਉਮੀਦਵਾਰ ਹੈ ਜਿਹੜੀ ਗੱਲ, ਚਲੋ ਉਮੀਦਵਾਰ ਕੋਈ ਵੀ ਹੋਵੇ, ਉਹਨਾਂ ਦੀ ਪੋਲੀਟੀਕਲ ਪਾਰਟੀ ਹੈ, ਸਾਨੂੰ ਉਹਦੇ ਵਿੱਚ ਕੋਈ ਹੱਕ ਨਹੀਂ, ਲੇਕਿਨ ਡੈਮੋਕ੍ਰੇਟਿਕ ਸਿਸਟਮ ਹੈ ਜਿਹੜਾ ਉਹ ਤਾਂ ਹੋਣਾ ਚਾਹੀਦਾ। ਬੋਲਣਾ ਤਾਂ ਇਹਨਾਂ ਦਾ ਨਹੀਂ, ਹੱਕ ਤਾਂ ਨਹੀਂ, ਪਰ ਬੋਲਣਾ ਤਾਂ ਪੈਂਦਾ। ਬੋਲਣਾ ਇਹ ਪੈਂਦਾ ਕਿ ਅਸੀਂ ਖਬਰਾਂ ਦੀ ਟਿੱਪਣੀ ਕਰਨੀ ਹੈ। ਹੁਣ ਤੁਸੀਂ ਗੱਲ ਕੀਤੀ ਹੈ ਕਿ ਕੈਂਡੀਡੇਟ ਬਦਲਤੇ, ਮੈਂ ਕਹਿੰਦਾ ਕੈਂਡੀਡੇਟ ਨਹੀਂ ਬਦਲਤੇ ਜੀ, ਪਹਿਲਾਂ ਬਦਲੀਆਂ ਹੁੰਦੀਆਂ ਸੀ ਅਫਸਰਾਂ ਦੀਆਂ। ਜਦੋਂ ਸਰਕਾਰ ਹੁੰਦੀ ਹੈ ਉਦੋਂ ਅਫਸਰਾਂ ਦੀਆਂ ਬਦਲੀਆਂ ਕਰਦੇ, ਕੋਈ ਕਿਤੇ ਕਰਦਾ। ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਇਹਨੇ ਬਦਲੀਆਂ ਕਰਨੀਆਂ। ਜਦੋਂ ਸੁਖਬੀਰ ਸਿੰਘ ਹੋਰੀ ਡਿਪਟੀ ਮੁੱਖ ਮੰਤਰੀ ਹੁੰਦੇ ਸੀ, ਪਾਵਰਾਂ ਮੁੱਖ ਮੰਤਰੀ ਦੀਆਂ ਹਟਾਉਂਦੇ ਸੀ, ਬਿਲਕੁਲ। ਔਰ ਉਦੋਂ ਇਹ ਬਦਲੀਆਂ ਕਰਦੇ ਹੁੰਦੇ ਸੀ। ਲੇਕਿਨ ਮੈਨੂੰ ਇੱਕ ਵਾਰੀ ਬੜੀ ਹੈਰਾਨੀ ਹੋਈ, ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਹੋਣਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ MLA ਦੀ ਬਦਲੀ ਕਰਤੀ ਸੀ। ਅੱਛਾ ਜੀ। ਆਪਣੇ ਜ਼ਿਲ੍ਹੇ 'ਚ ਕੀਤੀ, ਆਪਣੇ ਜ਼ਿਲ੍ਹੇ 'ਚ। ਆਹੋ, ਦਰਸ਼ਨ ਸਿੰਘ ਕੋਟ ਫੱਤਾ ਹੈਗਾ, ਉਹ ਬਠਿੰਡਾ ਦਿਹਾਤੀ ਜਾਂ ਪੁਰਾਣਾ ਪੱਕਾ ਕਲਾਂ ਦਾ MLA ਸੀ। ਹਾਂ, ਉਹ ਬੰਦਾ MLA ਲੋਕਾਂ ਨੇ ਚੁਣਿਆ, ਲੋਕ ਉਹਦੇ ਕੋਲ ਕੰਮ ਧੰਦੇ ਇੱਥੇ ਜਾਂਦੇ, ਤੇ ਅੱਧ ਵਿਚਾਲੇ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਜੀ ਤੁਸੀਂ ਨਥਾਣੇ ਚੱਲੋ, ਜਾਂ ਪੁੱਛੋ ਭੇਜ ਦਿਓ। ਬੰਦਾ MLA ਦਿਹਾਤੀ ਬਠਿੰਡਾ ਦਾ ਭੇਜਤਾ, ਉਹਨੂੰ ਪੁੱਛੋ। ਜਿਨ੍ਹਾਂ ਨੇ MLA ਚੁਣਿਆ ਸੀ ਉਹ ਭਾਲਦੇ ਫਿਰਨ ਸਾਡਾ MLA ਕਿੱਥੇ ਹੈ। ਜਿਨ੍ਹਾਂ ਨੇ ਨਹੀਂ ਚੁਣਿਆ ਸੀ ਉਹਨਾਂ ਦੇ ਉੱਤੇ ਜਾ ਕੇ ਉਹਨੂੰ ਬਹਾਤਾ ਵੀ ਇਹ MLA ਜੀ, ਸਾਰਾ ਕੁਝ ਤੁਹਾਡਾ ਇਹੀ ਹੈ। ਜਦੋਂ ਆਇਆ ਵੋਟਾਂ ਦਾ ਟਾਈਮ ਤੇ ਬਦਲੀ ਫੇਰ ਕਰਤੀ। ਅੱਛਾ ਜੀ। ਵੀ ਨਹੀਂ ਤੂੰ ਚੱਲ ਮਲੋਟ। ਅੱਛਾ ਜੀ। ਤੂੰ ਮਲੋਟ ਤੋਂ ਚੋਣ ਲੜੇਗਾ। MLA ਪੱਕਾ ਕਲਾਂ ਦਾ ਦਿਹਾਤੀ ਬਠਿੰਡਾ, ਕੰਮ ਕੀਤਾ ਪੁੱਛੋ। ਲੜਾਈ ਲੜਨ ਤੇ ਭੇਜਤਾ, ਇਲੈਕਸ਼ਨ ਲੜਨ ਵਾਸਤੇ ਭੇਜਤਾ, ਕਿੱਥੇ ਭੇਜਤਾ ਜੀ? ਮਲੋਟ ਭੇਜਤਾ। ਤੇ ਫਿਰ ਉਹ ਪੰਜਾਬੀ ਦੀ ਕਹਾਵਤ ਹੈ ਕਿ ਰੋਂਦੇ ਘੋੜ ਚੜਾਈਏ, ਤੇ ਫਿਰ ਗਾਂ ਤਾਂ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਸੀ। ਨਹੀਂ, ਫਿਰ ਇਹ ਤਾਂ ਵੈਸੇ ਕਾਂਗਰਸ ਨੂੰ ਕੀਤਾ ਬੰਦਾ ਪੁੱਛੋ ਵਾਲਾ, ਉਹ ਵੀ ਕੀ ਕਹਿੰਦੇ ਉੱਥੇ ਹੀ ਭੇਜਤਾ ਸੀ, ਇਕੱਠੀ ਭੇਜਤੇ। ਉਹ ਤਾਂ ਫਿਰ ਮਗਰ ਭੇਜਤਾ ਨਾ, ਉਹਦਾ ਮਗਰ ਭੇਜਤਾ ਪੁੱਛੋ ਵਾਲਾ, ਕਾਂਗਰਸ ਨੇ ਵੀ। ਪੁੱਛੋ ਨਹੀਂ, ਕਾਂਗਰਸ ਵਾਲਿਆਂ ਨੇ ਤਾਂ ਇਹ ਕੀਤਾ, ਕੈਂਡੀਡੇਟ ਬਦਲ, ਉਹਨਾਂ ਨੇ ਕਹਿੰਦਾ ਵੀ ਕੈਂਡੀਡੇਟ ਭਾਈ ਤੈਨੂੰ ਟਿਕਟ ਉੱਥੋਂ ਦੇਤੀ। ਉਹਦਾ ਵੀ ਇੱਕ ਕਾਰਨ ਹੈ, ਕਾਂਗਰਸ ਵਾਲਾ ਕੈਂਡੀਡੇਟ ਉੱਥੇ ਕਿਉਂ ਭੇਜਿਆ ਸੀ? ਕਿਉਂਕਿ ਉੱਥੇ ਨੱਥੂ ਰਾਮ ਸੀ MLA। ਨੱਥੂ ਰਾਮ ਦੇ ਖਿਲਾਫ ਐਂਟੀ ਇਨਕੰਬੈਂਸੀ ਸੀ, ਉਹਨੂੰ ਬੱਲੂਆਂ ਨੇ ਕਰਤਾ। ਨੱਥੂ ਰਾਮ ਨੂੰ ਚੱਕ ਕੇ ਉੱਥੋਂ ਨਾਲ ਬੱਲੂਆਂ ਨੇ ਕਰਤਾ। ਔਰ ਜਿਹੜਾ ਅਜੈਬ ਸਿੰਘ ਭੱਟੀ ਸੀ, ਅਜੈਬ ਸਿੰਘ ਭੱਟੀ ਜਿਹੜਾ ਮਲੋਟ ਕੀਤਾ, ਉਹਦਾ ਕਾਰਨ ਸੀ। ਉਹਦਾ ਕਾਰਨ ਇਹ ਸੀ ਕਿ ਅਜੈਬ ਸਿੰਘ ਭੱਟੀ ਮੁਕਤਸਰ ADC ਲੱਗੇ ਰਹੇ ਸੀ ਜੀ। ਉਹਦਾ ਮਤਲਬ ਭਾਵੇਂ ਉਹਨੇ ਉਵੇਂ ਕੰਮ ਨਹੀਂ ਕੀਤਾ, ਉੱਥੇ ਜਾਣ ਪਛਾਣ ਸੀ ਵੀ ਇਹ ਕੰਮ ਉੱਥੇ ਕਰ ਲੂ, ਉਹਦੀ ਥਾਂ ਦੇ ਉੱਤੇ ਇੱਥੇ ਲੈਂਦਾ ਅਜੈਬ ਆਪਣਾ ਤੁਹਾਡਾ ਪ੍ਰੀਤਮ ਸਿੰਘ ਕੋਟ ਭਾਈ। ਪਰ ਉਹ ਵਿਚਾਰੇ ਦੀ ਜਿਹੜੀ ਕੋਟ ਫੱਤੇ ਦੀ ਹਾਲਤ ਹੋਈ, ਮੈਨੂੰ ਪਤਾ ਕੋਟ ਫੱਤੇ ਨਾਲ ਮੇਰਾ ਬੜਾ ਵਧੀਆ ਪ੍ਰੇਮ ਹੈ, ਸਾਰਾ ਤੁਹਾਡਾ ਵੀ ਹੈਗਾ ਉਹਦੇ ਨਾਲ। ਬੰਦਾ ਬੜਾ ਸਾਊ ਹੈ, ਉਹਦਾ ਮਤਲਬ ਵਿਚਾਰੇ ਦਾ ਟਾਪੂ ਲਵਾਉਂਦੇ ਫਿਰਦੇ ਰਹੇ। ਤੇ ਹੁਣ ਉਹਨੂੰ ਕੀ ਕੀਤਾ? ਹੁਣ ਉਹਨੂੰ ਜਿੱਦਾਂ ਕੰਮ ਕਰਵਾਈ ਗਏ, ਕੰਮ ਉਹ ਪੱਕੇ ਤੇ ਕਰੀ ਗਿਆ, ਦਿਹਾਤੀ ਪੱਕਾ ਅੱਜ ਦਾ ਨਾ ਪੁਰਾਣਾ ਪੱਕਾ ਹੈ ਕੰਮ, ਉਹ ਦਿਹਾਤੀ ਤੇ ਕਰੀ ਗਿਆ। ਤੇ ਹੁਣ ਉਹਨੂੰ ਕਹਿੰਦੇ ਤੁਸੀਂ ਲੜੋਗੇ, ਪੁੱਛੋ। ਉਹ ਪੁੱਛੋ ਆ ਗਿਆ। ਲਓ ਜੀ, ਇੱਕ ਪ੍ਰਕਾਸ਼ ਸਿੰਘ ਭੱਟੀ ਆ ਗਿਆ। ਪ੍ਰਕਾਸ਼ ਸਿੰਘ ਭੱਟੀ ਦੀ ਬਹੁਤ ਪਹਿਲਾਂ ਜੀ, ਜਦੋਂ ਜਗਮੀਤ ਸਿੰਘ ਬਰਾੜ ਹੋਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਇਲੈਕਸ਼ਨ ਲੜੀ ਹੈ 1980 'ਚ ਜੀ, ਤਾਂ ਉਸ ਵੇਲੇ ਉਹ ਹਾਰ ਗਏ ਸੀ ਇਲੈਕਸ਼ਨ। ਲੇਕਿਨ 1980 ਦੇ ਵਿੱਚ ਜਿਹੜੀ ਹੈਗੀ ਹੈ ਸਰਕਾਰ ਬਣ ਗਈ ਸੀ ਕਾਂਗਰਸ ਪਾਰਟੀ ਜੀ, ਔਰ ਸਰਦਾਰ ਦਰਬਾਰਾ ਸਿੰਘ ਬਣ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਜੀ। ਸਰਦਾਰ ਦਰਬਾਰਾ ਸਿੰਘ ਨੇ ਕਿਹਾ ਵੀ ਬੰਦੇ ਨੇ ਲੜਾਈ ਲੜੀ ਹੈ, ਬਹੁਤ ਵਧੀਆ ਮੁੰਡਾ, ਤੇਜ਼ ਹੈ, ਆਪਾਂ ਇਹਨੂੰ ਕੁਛ ਨਾ ਕੁਛ ਤਾਕਤ ਬਖਸ਼ੀਏ। ਉਹਨਾਂ ਨੇ ਸਰਦਾਰ ਜਗਮੀਤ ਸਿੰਘ ਬਰਾੜ ਨੂੰ ਚੱਕ ਕੇ AM ਲਾਤਾ, ਐਡਮਿਨਿਸਟ੍ਰੇਟਿਵ ਮੈਂਬਰ ਲਾਤਾ ਸੀ। ਇਹਨਾਂ ਨੇ ਫਿਰ ਉਸ ਵੇਲੇ ਭਰਤੀ ਕੀਤੀ ਸੀ, ਔਰ ਭਰਤੀ ਦੇ ਵਿੱਚ ਇਹਨਾਂ ਨੇ ਬੜੇ ਖੁੱਲ੍ਹਦਲੇ ਨਾਲ ਭਰਤੀ ਕੀਤੀ ਸੀ, ਆਪਦੇ ਬੰਦੇ ਲਾਏ, ਸਾਰੇ ਲਾਏ ਸੀ ਵੀ ਕੀ ਹੈ। ਤੇ ਇਹ ਪ੍ਰਕਾਸ਼ ਸਿੰਘ ਭੱਟੀ ਉਦੋਂ ਭਰਤੀ ਕੀਤਾ ਸੀ। ਇਹਦੇ ਨਾਨਕਿਆਂ ਦਾ ਨਹੀਂ, ਬੰਬਾਂ ਦਾ ਇਹ। ਅੱਛਾ, ਬੰਬਾਂ ਦਾ। ਬੰਬਾਂ ਦਾ ਇਹ ਭਰਤੀ ਤਾਂ ਇਹ ਹੋਇਆ ਜੀ ਜਾ ਕੇ 86-87 'ਚ।
86 87 ਮਤਲਬ ਉਦੋਂ ਸ਼ੁਰੂ ਕੀਤਾ ਜੀ ਹਾਂ। ਜਿਹੜੀ ਹੈਗੀ 80 ਦੇ ਵਿੱਚ ਤਾਂ ਸਰਕਾਰ ਹੀ ਬਣਦੀ ਹੈ 86 87 ਤੋਂ ਪਹਿਲਾਂ ਹੋ ਗਿਆ ਕਿਉਂਕਿ ਫਿਰ ਤਾਂ ਹੋ ਗਿਆ ਸੀ ਨਾ ਤੁਹਾਡਾ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਰਾਸ਼ਟਰਪਤੀ ਰਾਜ ਦਰਬਾਰਾ ਸਿੰਘ ਦੀ ਮਿਨਿਸਟਰੀ ਵੇਲੇ ਤੱਕ ਜਿੰਨੀ ਦੇਰ ਤੱਕ ਇਹ ਰਹੇ ਏਐਮ ਉਦੋਂ ਤੱਕ ਹੀ ਲੱਗਿਆ ਉਹਨੂੰ ਉਦੋਂ ਭਰਤੀ ਕੀਤਾ ਸੀ ਉਹ ਬਿਜਲੀ ਬੋਰਡ ਦੇ ਤੇ ਕਲਰਕ ਲਾਤਾ ਸੀ। ਕਲਰਕ ਸੀ ਜਾਂ ਯੂਡੀਸੀ ਐਲਡੀਸੀ ਕੁਛ ਇਹੋ ਜਿਹਾ ਲੱਗਿਆ ਹਾਂ ਸੀ। ਉਹੀ ਕਲਰਕ ਸੀ ਨਾ। ਹਾਂਜੀ ਉੱਥੇ ਲੱਗਿਆ ਸੀ ਫਿਰ ਉਹਨੇ ਬਾਅਦ ਦੇ ਵਿੱਚ ਕਾਂਗਰਸ ਜੁਆਇਨ ਕਰ ਲਈ ਜਗਮੀਤ ਸਿੰਘ ਬਰਾੜ ਕਾਂਗਰਸ ਦੇ ਵਿੱਚ ਸੀ। ਹਾਂਜੀ ਹਾਂਜੀ ਇਹਨੂੰ ਟਿਕਟ ਦੇਤੀ ਬੱਲੂਆਂ ਨੇ ਤੋਂ ਬੰਦਾ ਇੱਕ ਵਾਰੀ ਉੱਥੋਂ ਐਮਐਲਏ ਜਿੱਤ ਗਿਆ। ਉਹ ਤੋਂ ਬਾਅਦ ਫਿਰ ਇਹਦੀ ਕਿਤੇ ਉਹਨੂੰ ਟਿਕਟ ਨਾ ਮਿਲੀ ਟਿਕਟ ਕੱਟੀ ਗਈ ਇਹ ਅਕਾਲੀ ਦਲ ਇਹ ਅਕਾਲੀ ਦਲ ਚ ਆ ਗਿਆ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਹੋਰਾਂ ਨੇ ਤੁਸੀਂ ਦੇਖੋ ਕਿ ਬੰਦਾ ਬੱਲੂਆਣੇ ਦਾ ਐਮਐਲਏ ਚੱਕ ਕੇ ਉਹਨੂੰ ਲਾਇਆ ਜੀ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਕਿੱਥੇ ਲਾਤਾ ਕੋਟਕਪੂਰੇ ਕੋਟਪੂਰੇ ਜੈਤੋਂ ਤੋਂ ਬਣਾਤਾ ਉਹਨੂੰ ਕੈਂਡੀਡੇਟ ਮਗਰੋਂ ਬਣਾਤਾ ਜੈਤੋਂ ਤੋਂ ਤੇ ਹੁਣ ਉਹਨੂੰ ਬੰਦੇ ਨੂੰ ਚੱਕ ਕੇ ਲਿਆਤਾ ਬਠਿੰਡਾ ਦਿਹਾਤੀ ਤੇ ਉਹ ਉੱਥੇ ਆ ਗਿਆ। ਵੱਡੀ ਗੱਲ ਇਹ ਹੈ ਕਿ ਰਾਮਪੁਰਾ ਫੂਲ ਦੀ ਸਥਿਤੀ ਹੈ ਸਿਕੰਦਰ ਸਿੰਘ ਹੁੱਕਾ ਹੋਰਾਂ ਨੇ ਬਹੁਤ ਪਹਿਲਾਂ ਮਤਲਬ ਜਿਹੜਾ ਹੈਗਾ ਰਾਮਪੁਰੇ ਦੇ ਵਿੱਚ ਦਿਲਚਸਪੀ ਛੱਡਤੀ ਸੀ ਜੀ। ਉਹਨਾਂ ਨੇ ਆਪਣੇ ਬੇਟੇ ਨੂੰ ਗੁਰਪ੍ਰੀਤ ਨੂੰ ਉੱਥੇ ਤਿਆਰ ਕਰਤਾ ਗੁਰਪ੍ਰੀਤ ਉੱਥੇ ਕੰਮ ਕਰ ਰਿਹਾ ਮਲੂਕਾ ਉਹਨਾਂ ਨੂੰ ਲਾਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੋੜਾਂ ਵਾਲੇ ਪਾਸੇ ਵੀ ਇੱਥੇ ਕਿਉਂਕਿ ਖਾਲੀ ਹੋ ਗਿਆ ਸਿੱਖੋ ਸਾਹਿਬ ਚਲੇ ਗਏ ਉਧਰ ਉਹ ਉੱਥੇ ਆਪਦਾ ਕੰਮ ਕਰਦੇ ਰਹੇ ਹੁਣ ਉਹਨਾਂ ਨੇ ਜੇ ਤੁਹਾਨੂੰ ਟਿਕਟ ਦੇਤੀ ਰਾਮਪੁਰਾ ਉਹ ਕਹਿੰਦੇ ਮੈਨੂੰ ਪੁੱਛਿਆ ਹੀ ਨਹੀਂ ਉਹ ਕਹਿੰਦੇ ਜਿਹੜੀ ਵੱਡੀ ਗੱਲ ਇਹ ਕਹਿੰਦੇ ਮੈਨੂੰ ਪੁੱਛਿਆ ਨਹੀਂ ਪਰ ਇਹ ਸਵਾਲ ਹੁਣ ਮਲੂਕਾ ਸਾਹਿਬ ਦੇ ਸਾਹਮਣੇ ਵੀ ਗੱਲ ਆਉਂਦਾ ਕਿ ਵਰਤਦੇ ਕਿਵੇਂ ਹੈ ਬਾਦਲ ਜਦੋਂ ਸੁਖਦੇਵ ਸਿੰਘ ਢੀਂਡਸੇ ਨੇ ਬਗਾਵਤ ਕੀਤੀ ਤੇ ਢੀਂਡਸੇ ਦੇ ਖਿਲਾਫ ਕਿਹਨੂੰ ਇਸਤੇਮਾਲ ਕੀਤਾ ਸੀ ਇਹਨਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਇਹਨਾਂ ਨੂੰ ਭੇਜਿਆ ਸੀ ਇਹਨਾਂ ਨੂੰ ਭੇਜਿਆ ਵੀ ਤੁਸੀਂ ਰੈਲੀ ਕਰੋ ਇਹਨਾਂ ਨੂੰ ਉੱਥੇ ਰੈਲੀ ਕਰਨੀ ਹੁਣ ਮੇਰਾ ਖਿਆਲ ਹੈ ਵੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਾਣੀ ਜਿਹੜਾ ਹੈਗਾ ਹੋਰ ਪਾਸੇ ਨੂੰ ਖਿਲਰ ਗਿਆ ਇਹਨਾਂ ਨੂੰ ਚੱਕ ਕੇ ਉਧਰ ਕਰਤਾ ਇਹ ਮੈਨੂੰ ਇਸ ਗੱਲ ਦੀ ਚਲੋ ਕਈ ਵਾਰੀ ਹੁੰਦਾ ਵੀ ਇੱਕ ਪਰਿਵਾਰ ਦੇ ਵਿੱਚ ਦੋ ਟਿਕਟਾਂ ਨਹੀਂ ਆ ਸਕਦੀਆਂ ਇਹ ਕਹਿੰਦੇ ਪਰ ਮੈਨੂੰ ਮਲੂਕਾ ਸਾਹਿਬ ਦੀ ਇੱਕ ਗੱਲ ਕੱਲ ਵਧੀਆ ਲੱਗੀ ਵੀ ਭਾਈ ਫਿਰ ਫਾਰਮੂਲਾ ਸਾਰਿਆਂ ਤੇ ਲਾਗੂ ਕਰ ਦਿਓ ਵੀ ਇੱਕ ਪਾਸੇ ਇੱਕ ਪਰਿਵਾਰ ਦੇ 4 ਜੀ 4 ਕੀ 5 ਹੋ ਗਏ ਜੇ ਆਪਾਂ ਦੇਖੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ 1995 ਚ ਮਨਪ੍ਰੀਤ ਸਿੰਘ ਬਾਦਲ ਉਹ ਤੋਂ ਬਾਅਦ ਫਿਰ ਕੀ ਹੋ ਗਿਆ ਜੀ ਸੁਖਵੀਰ ਸਿੰਘ ਬਾਦਲ ਫਿਰ ਕੀ ਹੋ ਗਿਆ ਜੀ ਤੇਜ ਆਪਣਾ ਆਦੇਸ਼ ਪ੍ਰਤਾਪ ਕੈਰੋ ਫਿਰ ਆ ਗਿਆ ਜੀ ਹਰਸਿਮਰਤ ਕੌਰ ਬਾਦਲ ਉਦੋਂ ਬਾਅਦ ਆ ਗਏ ਤੁਹਾਡੇ ਬਿਕਰਮ ਸਿੰਘ ਮਜੀਠੀਆ ਆਪਦੇ ਤਾਂ ਸਾਰਾ ਟੱਬਰ ਜਿਹੜਾ ਹੈਗਾ ਉੜਮਾ ਖੁੜਮਾ ਛੱਡਿਆ ਕੋਈ ਨਹੀਂ ਦੂਜੇ ਵਾਸਤੇ ਤੁਸੀਂ ਸਿਧਾਂਤ ਲਾਗੂ ਕਰ ਦਿਓ ਇਹ ਮਤਲਬ ਜਿਹੜਾ ਇਸ ਹਿਸਾਬ ਦੇ ਨਾਲ ਜਿਹੜੀ ਹੈ ਅਕਾਲੀ ਦਲ ਦਾ ਕ੍ਰਿਟਿਕਸ ਅਕਾਲੀ ਦਲ ਦਾ ਭੋਗ ਪੈ ਗਿਆ ਹੁਣ ਜਿਹੜੀ ਉਹਦੀ ਡੈਮੋਕ੍ਰੇਸੀ ਸੀ ਜਥੇਦਾਰੀ ਕਲਚਰ ਸੀ ਉਹ ਖਤਮ ਹੋ ਗਿਆ ਔਰ ਇਹ ਤੋਂ ਬਾਅਦ ਇਹਨੂੰ ਕਾਰਪੋਰੇਟ ਜਿਹੜੀ ਹੈਗੀ ਹੈ ਕੰਪਨੀ ਜਿਵੇਂ ਆਪਾਂ ਚਲਾਉਂਦੇ ਹਾਂ ਜਿਵੇਂ ਟਰਾਂਸਪੋਰਟ ਕੰਪਨੀ ਜਿਵੇਂ ਚਲਾਉਂਦੇ ਤੁਸੀਂ ਵੈਸੇ ਪੜ੍ਹ ਕੇ ਅਮਰੀਕਾ ਹੈ ਨਾ ਸੁਖਬੀਰ ਸਿੰਘ ਬਾਦਲ ਉੱਥੇ ਇੱਕ ਮੋਨੋਪੋਲੀ ਪੜਾਈ ਜਾਂਦੀ ਹੈ ਵੈਸੇ ਅਮਰੀਕਾ ਦੇ ਵਿੱਚ ਵੀ ਮੋਨੋਪੋਲੀ ਬਹੁਤ ਹੈ ਟ੍ਰੇਡਸ ਦੇ ਵਿੱਚ ਉਹ ਤਾਂ ਟ੍ਰੇਡ 'ਚ ਕੀ ਸਾਰੇ ਉਹਨਾਂ ਦੀ ਪੋਲਿਟਿਕਸ ਵਿੱਚ ਵੀ ਪੋਲਿਟਿਕਸ ਵੀ ਚਲੋ ਪੋਲਿਟਿਕਸ ਦਾ ਜੇ ਫਿਰ ਵੀ ਆਪਾਂ ਕਹਿ ਦਿੰਨੇ ਉੱਥੇ 3-4 ਪਾਰਟੀਆਂ ਹੈਗੀਆਂ ਪਰ ਉੱਥੇ ਹੁਣ ਦੇਖੋ ਰੇਲਵੇ 2 ਘਰਾਂ ਦੀ ਬੱਸਾਂ 2 ਘਰਾਂ ਦੀਆਂ ਹਾਂਜੀ ਉੱਥੇ ਮੰਡਲੀ ਹੈਗੀ ਆਪਣੀ ਕੀ ਕਹਿੰਦੇ ਆ ਪੋਰਟਸ ਦੀ ਵੀ ਤੇ ਹੋਰ ਵੀ ਸੋ ਮੋਨੋਪੋਲੀ ਪੜਾਈ ਜਾਂਦੀ ਸੀ ਇਕਨੋਮਿਕਸ ਚ MBA ਕਰਕੇ ਮੋਨੋਪੋਲੀ ਪੜ੍ਹ ਕੇ ਇੱਥੇ ਆ ਕੇ ਬੱਸਾਂ ਦੀ ਮੋਨੋਪੋਲੀ ਬਣਾਉਣ ਲੱਗ ਪਏ ਬੱਸਾਂ ਤੋਂ ਨਿਕਲੇ ਤਾਂ ਫਿਰ ਹਿਸਾਬ ਲਾ ਲਓ ਵੀ ਰਾਜਨੀਤੀ 'ਚ ਵੀ ਮੋਨੋਪੋਲੀ ਤੱਕ ਆ ਗਏ ਸੋ ਆਹ ਚੀਜ਼ਾਂ ਨੇ ਇਹਦਾ ਕੀ ਅੱਗੇ ਕੀ ਨਿਕਲੂਗਾ ਜੀ ਦੇਖੋ ਗੱਲ ਵੇਖੀ ਆਪਾਂ ਪਹਿਲਾਂ ਗੱਲ ਕਰਕੇ ਸੀ ਮੱਕੜ ਦੀ ਮੱਕੜ ਨੇ ਉੱਥੇ ਫਿਰੋਜ਼ਪੁਰ ਛਾਉਣੀ 'ਚ ਬਗਾਵਤ ਕੀਤੀ ਪੂਰੀ ਖੁੱਲ੍ਹ ਕੇ ਜਲੰਧਰ ਜਲੰਧਰ ਛਾਉਣੀ 'ਚ ਠੀਕ ਆ ਉੱਥੇ ਵੀ ਨਹੀਂ ਪੁੱਛਿਆ ਗਿਆ ਉੱਥੇ ਵੀ ਐਲਾਨ ਕਰਤਾ ਅੱਗੇ ਵੀ ਐਲਾਨ ਜਾਰੀ ਨੇ ਠੀਕ ਆ ਬਹੁਜਨ ਸਮਾਜ ਪਾਰਟੀ ਨਾਲ ਵੀ ਮੈਨੂੰ ਨਹੀਂ ਲੱਗਦਾ ਹੱਥੀ ਲੰਡਾ ਹੁੰਦਾ ਨਜ਼ਰ ਆਉਂਦਾ ਕਿਤੇ ਨਾ ਕਿਤੇ ਠੀਕ ਆ ਕੱਲ ਫਗਵਾੜੇ ਤਾਂ ਇਹਨਾਂ ਨੇ ਕਰ ਲਈ ਆ ਇਕੱਠ ਵੱਠ ਪਰ ਗੱਲ ਵੀ ਉੱਥੇ ਵੀ ਕੋਈ ਬੜੀ ਖੁਸ਼ੀ ਵਾਲੀ ਨਜ਼ਰ ਨਹੀਂ ਆਈ ਗੱਲ ਨਹੀਂ ਉੱਥੇ ਨਹੀਂ ਖੁਸ਼ੀ ਵਾਲੀ ਗੱਲ ਆਈ ਤੇ ਤੁਸੀਂ ਹੋਰ ਦੇਖੋ ਅੱਜ ਇੱਕ ਹੋਰ ਕਰਤਾ ਪਰਮਜੀਤ ਸਿੰਘ ਢਿੱਲੋਂ ਨੂੰ ਕਰਤਾ ਮਰਾਲੇ ਤੋਂ ਅੱਛਾ ਜੀ ਤੇ ਪਰਮਜੀਤ ਸਿੰਘ ਢਿੱਲੋਂ ਦੇ ਖਿਲਾਫ ਤਾਂ ਬਗਾਵਤ ਪਹਿਲਾਂ ਹੀ ਹੋਈ ਪਈ ਹੈ ਜਿਹੜੇ ਸਮਰਾਲੇ ਤੋਂ ਟਕਸਾਲੀ ਅਕਾਲੀ ਸੀ ਜੀ ਖੀਆਂ ਸਾਹਿਬ ਖੀਰਨੀਆ ਸਾਹਿਬ ਜਿਹੜੇ ਹੈਗੇ ਤੇ ਉਹਨਾਂ ਦੀ ਵਾਈਫ ਤਾਂ ਪਹਿਲਾਂ ਹੀ ਛੱਡ ਕੇ ਚਲੇ ਗਏ ਸੀ ਜੀ ਔਰ ਉਹ ਮੇਰਾ ਖਿਆਲ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਇਸੇ ਤਰੀਕੇ ਜਿਹੜਾ ਉਹਨਾਂ ਦਾ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਵੀ ਛੱਡ ਕੇ ਚਲਾ ਗਿਆ ਸੀ ਜੇ ਹੁਣ ਆਪਾਂ ਦੇਖੀਏ ਸਮਰਾਲੇ ਦੀ ਸਥਿਤੀ ਤਾਂ ਪਰਿਵਾਰ 'ਚ ਹੀ ਉੱਥੇ ਵੀ ਸਾਰਾ ਕੁਝ ਕਿਉਂਕਿ ਸਰਦਾਰ ਅਮਰੀਕ ਸਿੰਘ ਢਿੱਲੋਂ ਕਾਂਗਰਸ ਦੇ ਕੈਂਡੀਡੇਟ ਜੀ ਤੇ ਜਿਸ ਬੰਦੇ ਨੂੰ ਹੁਣ ਲੈ ਕੇ ਦਿੱਤੀ ਹੈ ਉਹ ਵੀ ਉਹਨਾਂ ਦੇ ਪਰਿਵਾਰ ਚੋਂ ਹੀ ਆ ਗਿਆ ਪਰਿਵਾਰ 'ਚੋਂ ਉਹਨੂੰ ਵੀ ਟਿਕਟ ਦੇ ਦਿੱਤੀ ਉਹ ਪਰਿਵਾਰਾਂ ਵਾਲੀ ਗੱਲ ਮੇਰਾ ਖਿਆਲ ਹੈ ਜ਼ਿਆਦਾ ਚੱਲਣ ਲੱਗ ਪਈ ਹੁਣ ਵੀ ਆਪੋ ਆਪਣੇ ਪਰਿਵਾਰਾਂ 'ਚ ਇਤਫਾਕੀ ਹੈ ਵੀ ਢਿੱਲੋਂ ਇੱਧਰ ਵੀ ਢਿੱਲੋਂ ਤੇ ਉਹ ਵੀ ਢਿੱਲੋਂ ਹੈ ਇਸ ਹਿਸਾਬ ਕਿਤਾਬ 'ਚ ਹੋ ਗਈ ਜੀ ਪ੍ਰਗਟ ਸਿੰਘ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਹੁਣ ਆਪਾਂ ਆ ਜਾਈਏ ਜੀ ਕਰਨਾਲ ਮਾਮਲੇ ਦੇ ਉੱਤੇ ਉੱਥੇ ਬਹੁਤ ਆਪਾਂ ਗੱਲ ਕਿ ਡੈਲੀਬਰੇਟਲੀ ਇੱਕ ਨਜ਼ਰ ਆਉਂਦਾ ਕਿ ਜਿਹੜਾ ਲਾਠੀ ਚਾਰਜ ਕੀਤਾ ਗਿਆ ਦੇਖੋ ਦਾਨੇਲੀਆ ਸਾਹਿਬ ਜਦੋਂ ਆਪਾਂ ਕਰਨਾਲ ਦੀ ਗੱਲ ਕਰਦੇ ਹਾਂ ਨਾ ਜੀ ਪਰਸੋਂ ਸ਼ਾਮ ਨੂੰ ਜੀ ਇਹ ਸਾਰਾ ਘਟਨਾਕ੍ਰਮ ਹੁੰਦਾ ਹੈ ਜਦੋਂ ਇਹ ਘਟਨਾਕ੍ਰਮ ਹੋ ਰਿਹਾ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਜੀ
ਜਲਿਆਂਵਾਲੇ ਬਾਗ ਨੂੰ ਦੁਬਾਰਾ ਫਿਰ ਜਿਹੜੀ ਹੈਗੀ ਹੈ ਕੌਮ ਨੂੰ ਸਮਰਪਿਤ ਕਰਨਾ ਰੈਨੋਵੇਸ਼ਨ ਰੈਨੋਵੇਸ਼ਨ ਹੋਣ ਤੋਂ ਬਾਅਦ ਬੜੇ ਲੰਬੇ ਸਮੇਂ ਤੋਂ ਜਲਿਆਂਵਾਲਾ ਬਾਗ ਜਿਹੜਾ ਹੈਗਾ ਉਹ ਐਂਟਰੀ ਬੈਨ ਸੀ, ਬੰਦ ਸੀ, ਕਿਉਂਕਿ ਰੈਨੋਵੇਸ਼ਨ ਹੁੰਦੀ ਸੀ ਜੀ। ਰੈਨੋਵੇਸ਼ਨ ਕਰਕੇ ਜਦੋਂ ਦੇਸ਼ ਨੂੰ ਉਹ ਸੌਂਪਿਆ ਜਾ ਰਿਹਾ ਸੀ ਜੀ, ਠੀਕ ਉਸ ਵੇਲੇ ਕਰਨਾਲ ਦੇ ਵਿੱਚ ਜਿਹੜੇ ਹੈਗੇ ਛੱਲੀਆਂ ਵਾਂਗੂ ਕਹਿੰਦੇ ਹੁੰਦੇ ਨਾ ਵੀ ਛੱਲੀਆਂ ਤੋਂ ਵੀ ਭੈੜੇ ਤਰੀਕੇ ਦੇ ਨਾਲ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ, ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਸੀ। ਮੈਨੂੰ ਲੱਗਦਾ ਜਰਨਲ ਡਾਇਰ ਜਗਾਤਾ ਕਿਤੇ ਇੱਥੇ ਜਰਨਲ ਡਾਇਰ ਕੱਲ ਜਿਹੜਾ ਹੈਗਾ ਦਾ ਟੈਲੀਗ੍ਰਾਫ ਬਹੁਤ ਵੱਡਾ ਅਖਬਾਰ ਹੈ, ਬੜਾ ਨਾਮਵਰ ਅਖਬਾਰ ਹੈ। ਟੈਲੀਗ੍ਰਾਫ ਦੇ ਵਿੱਚ ਕੱਲ ਮਤਲਬ ਜਿਹੜੀ ਹੈਗੀ ਹੈ, ਤੁਸੀਂ ਦੇਖੋ ਜਿਹੜੀ ਮੇਨ ਹੈਡਿੰਗ ਲੱਗੀ ਹੈ ਜੀ, ਉਹਨਾਂ ਨੇ ਜਰਨਲ ਡਾਇਰ ਵਾਲੀ ਗੱਲ ਕੀਤੀ ਹੈ। ਜਦੋਂ ਅਸੀਂ ਗੱਲ ਕਰਦੇ ਆ ਨਾ ਜਲਿਆਂਵਾਲੇ ਬਾਗ ਦੀ, ਜੀ, ਜਲਿਆਂਵਾਲੇ ਬਾਗ ਦਾ ਜਿਹੜਾ ਹੈਗਾ ਸੰਤਾਪ ਜਿਹੜਾ ਦੁਖਾਂਤ ਆ, ਉਸ ਦੁਖਾਂਤ ਨੂੰ ਅੰਜਾਮ ਦੇਣ ਵਾਲਾ ਜਨਰਲ ਡਾਇਰ ਸੀ ਜੀ। ਤੇ ਕੱਲ ਇੱਕ ਪਰਸੋਂ ਸ਼ਾਮ ਨੂੰ ਇੱਕ ਨਵੇਂ ਰੂਪ ਦੇ ਵਿੱਚ ਇੱਕ ਹੋਰ ਜਨਰਲ ਡਾਇਰ ਆਇਆ। ਜਨਰਲ ਡਾਇਰ ਇੱਕ ਅੰਗਰੇਜ਼ ਸੀ ਜੀ। ਅੰਗਰੇਜ਼ ਨੇ ਦੇਸ਼ ਭਗਤ ਲੋਕ ਜਿਹੜੇ ਹੈਗੇ ਆਜ਼ਾਦੀ ਚਾਹੁੰਦੇ ਸੀ, ਕਾਲੇ ਕਾਨੂੰਨਾਂ ਦੇ ਖਿਲਾਫ ਲੜਦੇ ਸੀ, ਉਹਨਾਂ ਦੇ ਉੱਤੇ ਉਹਨਾਂ ਦਾ ਅਤਿਆਚਾਰ ਕਰਨਾ ਸਮਝ ਆਉਂਦਾ ਹੈ। ਲੇਕਿਨ ਜਿਹੜੇ ਅਸੀਂ ਲੋਕ ਪੈਦਾ ਕੀਤੇ ਆਜ਼ਾਦੀ ਤੋਂ ਬਾਅਦ ਅਸੀਂ ਆਪਣੇ ਬਿਊਰੋਕਰੇਟਿਕ ਬਣਾਏ, ਉਹਨਾਂ ਦੀ ਸਥਿਤੀ ਕੀ ਜੀ। ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਦੇਖੋ ਵੀ ਉਹ ਲੋਕ ਧਰਨੇ ਤੇ ਬੈਠੇ ਹੈ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੋਈ ਆਪਣੀ ਮੀਟਿੰਗ ਕਰਨੀ ਸੀ, ਇਹਨੂੰ ਕਹਿੰਦੇ CMCT ਕਹਿੰਦੇ ਆ ਕਰਨਾਲ ਨੂੰ, ਕਿਉਂਕਿ ਖੱਟਰ ਸਾਹਿਬ ਉੱਥੋਂ MLA ਬਣੇ ਹੋਏ ਹਨ, ਉੱਥੇ ਇਹਨਾਂ ਨੇ ਰੱਖੀ ਹੋਈ ਸੀ ਮੀਟਿੰਗ ਕੋਈ ਸਾਰੇ ਲੀਡਰਾਂ ਦੀ। ਉੱਥੇ ਜਿਹੜਾ ਟੋਲ ਪਲਾਜ਼ਾ ਹੈ, ਉਸ ਟੋਲ ਪਲਾਜ਼ੇ ਤੋਂ 15 ਕਿਲੋਮੀਟਰ ਦੂਰ ਹੈ। ਦੱਸੋ 15 ਕਿਲੋਮੀਟਰ ਲੋਕ ਉਰੇ ਬੈਠੇ ਹੈ। ਇਹ ਐਲਾਨੀਆ ਕਿਸਾਨਾਂ ਦਾ ਇੱਕ ਫੈਸਲਾ ਹੈ ਕਿ ਜਿੱਥੇ ਵੀ ਕਿਤੇ ਇਹਨਾਂ ਦੇ ਲੀਡਰ ਜਾਣਗੇ ਜੀ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ, ਕਿਉਂਕਿ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਨੇ ਬਣਾਏ ਜੀ ਜੀ, ਉਹਨਾਂ ਦਾ ਫੈਸਲਾ ਸੀ। ਔਰ ਉੱਥੇ ਇਹਨਾਂ ਨੇ ਪੁਲਿਸ ਦੇ ਬਹੁਤ ਤਕੜੇ ਪ੍ਰਬੰਧ ਕੀਤੇ ਸੀ ਜੀ। ਵੱਡੀ ਗੱਲ ਇੱਕ ਜਿਹੜੀ ਤੁਸੀਂ ਦੇਖੋ ਜਿਹੜੀ ਵਾਇਰਲ ਹੋਈ ਹੈ ਇੱਕ ਵੀਡੀਓ, ਉਸ ਵੀਡੀਓ ਦੇ ਵਿੱਚ ਇੱਕ IAS ਅਫੀਸਰ ਜੀ ਜਿਹੜਾ SDM ਹੈ, ਉਹ ਪੁਲਿਸ ਵਾਲਿਆਂ ਨੂੰ ਖੜ ਕੇ ਹੁਕਮ ਦੇ ਰਿਹਾ ਜੀ, ਡਾਇਰੈਕਸ਼ਨ ਦੇ ਰਿਹਾ ਵੀ ਕਿਸੇ ਤੁਹਾਨੂੰ ਜਿਹੜੀ ਹਦਾਇਤ ਦੀ ਕੋਈ ਲੋੜ ਨਹੀਂ, ਬਸ ਇਧਰੋਂ ਇੱਧਰ ਨਹੀਂ ਤੁਰਨ ਦੇਣਾ ਕਿਸੇ ਕਿਸਾਨ ਨੂੰ। ਜੇ ਇੱਧਰ ਆ ਗਏ ਨਾ ਤੇ ਨਾਲ ਦੀ ਨਾਲ ਉਹਨੂੰ ਤੇ ਡਾਂਗ ਫੇਰ ਦਿਓ, ਜੇ ਕਿਸੇ ਦਾ ਸਿਰ ਭੰਨਣਾ ਦਾ ਭੰਨ ਦਿਓ ਜੀ, ਤੇ ਤੁਹਾਨੂੰ ਕੋਈ ਪੁੱਛੂਗਾ ਨਹੀਂ। ਤੇ ਦਾਣੇ ਵਾਲੀਆ ਸਾਹਿਬ ਫਿਰ ਤੁਸੀਂ ਇਹ ਦੇਖੋ ਕਿ ਜਿਹੜੇ ਬਜ਼ੁਰਗ ਕਿਸਾਨ ਹੈ, ਜਿਵੇਂ ਫਿਰ ਉਹਨਾਂ ਤੇ ਕੁੱਟ ਕਟਾਪਾ ਹੋ ਰਿਹਾ ਹੈ, ਓਏ ਹੋਏ ਹੋਏ, ਖੇਤਾਂ ਦੇ ਵਿੱਚ ਜਾ ਕੇ ਢਾ ਕੇ ਉਹਨਾਂ ਨੂੰ ਕੁੱਟਿਆ, ਕਿਵੇਂ ਗੱਡੀਆਂ ਦੇ ਵਿੱਚ ਜਦੋਂ ਬੈਠੇ ਤੇ ਲਹੂ ਸਿੱਧੀਆਂ ਸੱਟਾਂ ਜੀ, ਸਿੱਧੀਆਂ ਸੱਟਾਂ। ਕੀ ਮੇਰੇ ਉਹ ਯਾਦ ਆ ਰਿਹਾ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਇੱਕ ਮੁਸਲਿਮ ਕਤਲੇਆਮ ਹੋਇਆ ਸੀ। ਰਾਜਦੀਪ ਸਰ ਡਸਾਈ ਨੇ ਇੱਕ ਤਸਵੀਰ ਖਿੱਚੀ ਸੀ ਉਦੋਂ, ਤੁਹਾਡੇ ਯਾਦ ਨਾ ਤਸਵੀਰ, ਜਦੋਂ ਆਰਮੀ ਵਾਲੇ ਆਏ ਆ ਤੇ ਇੱਕ ਠੰਬਰਿਆ ਹੋਇਆ ਮੁਸਲਿਮ ਭਾਈਚਾਰੇ ਦਾ ਬੰਦਾ ਜਿਹਦੀ ਤਸਵੀਰ ਅੱਜ ਵੀ ਆਉਂਦੀ ਹੈ, ਸਾਲ ਦੇ ਸਾਲ ਆਉਂਦੀ ਆ। ਉਹ ਜਿਹੜੀ ਹੈਗੀ ਇੱਕ ਜ਼ੁਲਮ ਦੀ ਜਿਹੜੀ ਹੈ, ਜਬਰ ਦੇ ਇੰਤਹਾ ਦੀ ਉਹ ਪ੍ਰਤੀਕ ਬਣੀ ਹੈ ਤਸਵੀਰ। ਉਹ ਤਸਵੀਰ ਸਾਹਮਣੇ ਆਉਂਦੀ ਹੁੰਦੀ ਸੀ, ਤੇ ਹੁਣ ਉਹ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ, ਇੱਕ ਬਜ਼ੁਰਗ ਹੈ ਜੀ, ਇੱਕ ਬਜ਼ੁਰਗ ਦਾ ਲਹੂ ਲਹਾਨ ਹੋਇਆ ਪਿਆ ਹੈ, ਉਹਦੀ ਦਾੜੀ ਜਿਹੜੀ ਹੈਗੀ ਹੈ ਚਿੱਟੀ ਦਾੜੀ ਲਹੂ ਨਾਲ ਭਿੱਜੀ ਪਈ ਹੈ ਜੀ, ਕੱਪੜੇ ਉਹਦੇ ਲਹੂ ਨਾਲ ਭਿੱਜੇ ਪਏ ਹੈ। ਔਰ ਤੁਸੀਂ ਹੋਰ ਤਾਂ ਹੋਰ ਦੇਖੋ ਕਿ ਉਹਦੀ ਉਹ ਤਸਵੀਰ ਹੈ ਜਿਹੜੀ, ਉਹ ਤਸਵੀਰ ਸ਼ੇਅਰ ਕਿਹਨੇ ਕੀਤੀ ਹੈ ਜੀ? ਵਰਨ ਗਾਂਧੀ ਨੇ। ਅੱਛਾ ਜੀ। ਵਰਨ ਗਾਂਧੀ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਦਾ ਮੈਂਬਰ, ਉਹਨੇ ਕਿਹਾ ਵੀ ਆਹ ਕੋਈ ਕਰ ਨਹੀਂ ਸਕਦਾ, ਜੇ ਹੋਇਆ ਤੇ ਬਹੁਤ ਮਾੜਾ ਹੈ ਜੀ। ਔਰ ਇੱਕ ਬੰਦੇ ਨੇ ਲਿਖਿਆ ਕਿ ਜਿਹੜਾ ਕਿਸਾਨ ਹੈ, ਇਹ ਕਿਸਾਨ ਨਹੀਂ, ਅਸਲ ਦੇ ਵਿੱਚ ਭਗਵਾਨ ਹੈ ਜੀ, ਕਿਉਂਕਿ ਭਗਵਾਨ ਕਹਿੰਦੇ ਤੁਹਾਨੂੰ ਰੋਟੀ ਦਿੰਦਾ, ਤੇ ਜੇ ਅਸੀਂ ਸਹੀ ਮਾਇਨੇ 'ਚ ਦੇਖੀਏ ਤਾਂ ਸਾਨੂੰ ਰੋਟੀ ਕਿਸਾਨ ਦਿੰਦਾ ਹੈ। ਰੋਟੀ ਦੇਣ ਵਾਲੇ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਕੁੱਟਿਆ ਔਰ ਇਸ ਤਰ੍ਹਾਂ ਕੁੱਟਾਪਾ ਤੇ ਜੀ। ਅਗਲੀ ਗੱਲ ਇਹ ਕਿ ਕੀ ਕੋਈ IAS ਅਫੀਸਰ ਜਾਂ ਕੋਈ SDM ਆਪਣੇ ਪੱਧਰ ਤੇ ਇਹ ਅਧਿਕਾਰ ਦੇ ਸਕਦਾ ਹੈ? ਜੇ ਉਹਨੂੰ ਉੱਪਰੋਂ ਇਸ਼ਾਰਾ ਨਹੀਂ ਹੈ ਤਾਂ ਕਦੇ ਵੀ ਨਹੀਂ ਉਹ ਕਰ ਸਕਦਾ, ਕਿਉਂਕਿ ਹਰ ਬੰਦਾ ਇੱਕ ਜਿਹੜਾ ਹੈਗਾ ਉਹ ਆਪਣੇ ਇੱਕ ਫਰੇਮ ਦੇ ਵਿੱਚ ਵੱਜਿਆ ਹੁੰਦਾ ਬਿਲਕੁਲ। ਉਹਦੀ ਜ਼ਿੰਮੇਵਾਰੀ ਕੀ ਹੈ, ਉਹਨੇ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੁੰਦਾ ਹੈ। ਲੇਕਿਨ ਇੱਥੇ ਤਾਂ ਜਿਸ ਢੰਗ ਦੇ ਨਾਲ SDM ਨੇ ਕਿਹਾ, ਮੇਰਾ ਖਿਆਲ ਵੀ ਤਾਂ ਇੰਤਹਾ ਹੈ। ਇਹ ਤਾਂ ਲੱਗਦਾ ਹੈ ਵੀ ਇਹ ਹੈ ਨਾ ਵੀ ਸਬਕ ਸਿਖਾਉਣ ਤੇ ਤੁਲ ਪਏ। ਪਹਿਲਾਂ ਵੀ ਤੁਸੀਂ ਦੇਖੋ ਕਿ ਸਿੰਘੂ ਬਾਰਡਰ ਦੇ ਉੱਤੇ, ਟਿਕਰੀ ਬਾਰਡਰ ਦੇ ਉੱਤੇ ਕਈ ਵਾਰੀ ਗੜਬੜ ਕੀਤੀ, ਕਿਸਾਨ ਜਿਹੜੇ ਹੈਗੇ ਉਹਨਾਂ ਨੇ ਮੌਕਾ ਨਹੀਂ ਦਿੱਤਾ ਜੀ, ਇਹ ਉਹਨਾਂ ਤੇ ਅਟੈਕ ਕਰਦੇ ਆ, ਉਹਨੂੰ ਉਹ ਸੰਭਾਲਦੇ ਆ। ਉਹ ਤੋਂ ਪਹਿਲਾਂ ਤੁਸੀਂ ਦੇਖੋ ਕਿ ਜੋ ਕੁਝ 26 ਜਨਵਰੀ ਨੂੰ ਹੋਇਆ, 26 ਜਨਵਰੀ ਵਾਲਾ ਅਸੀਂ ਕਿਸੇ ਨੂੰ ਬਲੇਮ ਕੁਝ ਵੀ ਕਰੀ ਜਾਈਏ, ਸਾਰੀ ਦੀ ਸਾਰੀ ਖੇਡ ਸਟੇਟ ਦੀ ਸੀ ਜੀ ਜੀ ਜੀ, ਉਹ ਇਹਨਾਂ ਨੇ ਆਪ ਹੀ ਤਿਆਰ ਕੀਤੀ ਹੋਈ ਸੀ। ਪਹਿਲਾਂ ਜਿਹੜੇ ਕਿਸਾਨਾਂ ਨੂੰ ਇੱਕ ਰੂਟ ਦੇ ਦਿੱਤਾ ਜੀ, ਤੇ ਜਦੋਂ ਕਿਸਾਨ ਤੇ ਜਾਂਦੇ ਉਹਨਾਂ ਨੂੰ ਜਾਣ ਬੁੱਝ ਕੇ ਰੂਟ ਤੋਂ ਪਾਸੇ ਲਾਇਆ, ਪਾਸੇ ਲਾਉਣ ਤੋਂ ਬਾਅਦ ਜੋ ਕੁਝ ਲਾਲ ਕਿਲੇ ਦੇ ਵਿੱਚ ਹੋਇਆ ਜੀ, ਤੇ ਫਿਰ ਲਾਲ ਕਿਲੇ ਤੋਂ ਬਾਅਦ ਦਾ ਘਟਨਾਕ੍ਰਮ ਦੇਖੋ ਤੁਸੀਂ, ਗਾਜ਼ੀਪੁਰ ਵਾਲਾ ਹੈਗਾ ਤੁਹਾਡਾ ਬਾਰਡਰ ਜੀ ਜੀ, ਜਿੱਥੇ ਟਕੈਤ ਹੋਣੀ ਬੈਠੇ ਸੀ, ਸਟਰੈਂਥ ਉਹਨਾਂ ਦੀ ਥੋੜੀ ਸੀ, ਕਿਵੇਂ ਭਾਰਤੀ ਜਨਤਾ ਪਾਰਟੀ ਦਾ ਇੱਕ MLA ਆਪਣੇ ਮਸਟੰਡੇ ਲੈ ਕੇ ਉੱਥੇ ਪਹੁੰਚਦਾ ਤੇ ਉਹਨਾਂ ਤੇ ਅਟੈਕ ਕਰਦਾ ਹੈ ਜੀ। ਫਿਰ ਕਿਵੇਂ ਦਿੱਲੀ ਦੀ ਪੁਲਿਸ, UP ਦੀ ਪੁਲਿਸ ਇਕੱਠੇ ਹੋ ਕੇ ਆਉਂਦੇ, ਇਹ ਤਾਂ ਚਲੋ ਹਾਲਾਤ ਇਹੋ ਜਿਹੇ ਬਣ ਗਏ ਕਿ ਟਕੈਤ ਸਾਹਿਬ ਭਾਵੁਕ ਹੋ ਗਏ, ਉਹਨਾਂ ਦੀ ਭਾਵੁਕਤਾ ਨੇ ਰੰਗ ਲਿਆਂਦਾ। UP ਦੇ ਵਿੱਚੋਂ ਜਿਹੜਾ ਹੈਗਾ ਕਿਸਾਨ ਭਾਈਚਾਰਾ ਮੁੜਿਆ, ਇਧਰੋਂ ਤੇਰਾ ਕੀ ਆਪਣੇ ਚੋਂ ਹਰਿਆਣੇ ਦੇ ਭਾਈਚਾਰਾ ਤੁਰ ਪਿਆ,
ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਉਦੋਂ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਜੀ ਸਾਡੇ ਲੋਕ ਡਾਮਾਡੋਲ ਹੋ ਗਏ ਸੀਗੇ ਜੀ ਅੰਦੋਲਨ ਤੱਕ ਗਿਆ ਲੇਕਿਨ ਜੇ ਉਹ ਅੰਦੋਲਨ ਜੇ ਮੁੜ ਕੇ ਦੁਬਾਰਾ ਪੈਰਾਂ ਤੇ ਖੜਾ ਹੋਇਆ ਹੈ, ਜੀ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮੈਂ ਸਮਝਦਾ ਇਹਨਾਂ ਦਾ ਹਰਿਆਣੇ ਵਾਲਿਆਂ ਦਾ ਹੈ। ਜੀ ਸ਼ੁਰੂ ਦੇ ਵਿੱਚ ਵੀ ਜੇ ਆਪਾਂ ਦੇਖੀਏ ਜਦੋਂ ਦਿੱਲੀ ਨੂੰ ਲੋਕ ਗਏ ਸੀ ਉਦੋਂ ਜਿਨ੍ਹਾਂ ਲੋਕਾਂ ਨੇ ਪੂਰਾ ਜ਼ਬਰਦਸਤ ਵਿਰੋਧ ਕਰਕੇ ਦਿੱਲੀ ਤੱਕ ਪਹੁੰਚੇ ਜਦੋਂ ਸਾਰਾ ਕੁਝ ਕੀਤਾ ਕਰਾਇਆ ਸੀ ਤਾਂ ਹਰਿਆਣੇ ਦੇ ਲੋਕ ਹੀ ਸੀਗੇ। ਸੋ ਹਰਿਆਣੇ ਦੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਹੀ ਤੁਲੇ ਹੋਏ ਸੀ ਔਰ ਜਿਸ ਤਰ੍ਹਾਂ ਦਾ ਉੱਥੇ ਕੁੱਟ ਕਟਾਪਾ ਕੀਤਾ ਮੇਰਾ ਖਿਆਲ ਹੈ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਕਿਤੇ ਨਹੀਂ। ਔਰ ਇਹਦਾ ਨਤੀਜਾ ਕੀ ਹੋਇਆ? ਇਹਦਾ ਨਤੀਜਾ ਹੋਇਆ ਕਿ ਇਹਨਾਂ ਦੇ ਆਪਣੇ ਲੋਕ ਟੁੱਟਣੇ ਸ਼ੁਰੂ ਹੋ ਗਏ। ਤੁਸੀਂ ਜਿਹੜੀ JJP ਹੈ ਜੀ ਭਾਰਤੀ ਜਨਤਾ ਪਾਰਟੀ ਦੀ ਸਹਾਇਕ ਪਾਰਟੀ ਹੈ ਜਿਹੜੀ ਉਹਦੀ ਕੁਲੀਸ਼ਨ ਭਾਈਵਾਲ ਦੁਸ਼ਯੰਤ ਸਿੰਘ ਚੌਟਾਲਾ ਡਿਪਟੀ ਮੁੱਖ ਮੰਤਰੀ ਹੈ। ਕੱਲ ਦੁਸ਼ਯੰਤ ਸਿੰਘ ਚੌਟਾਲਾ ਨੇ ਜਦੋਂ ਪ੍ਰੈਸ ਨੂੰ ਗੱਲ ਕੀਤੀ ਹੈ ਮੀਡੀਆ ਨਾਲ ਗੱਲ ਕਰਦਾ ਉਹਨੇ ਕਿਹਾ ਕਿ ਜਿਹੜਾ ਕੁਝ ਕਿਹਾ SDM ਨੇ ਨਹੀਂ ਸੀ ਕਹਿਣਾ ਚਾਹੀਦਾ। ਇਹ ਉਹਨੇ ਕਿਹਾ। ਉਹਨਾਂ ਦੇ ਇੱਕ ਹੋਰ ਹੈ ਉਹਨਾਂ ਦੀ ਇੱਕ ਲੜਕੀ ਲੇਡੀ ਹੈ ਉਹਨੇ ਅਸਤੀਫਾ ਹਾਂ ਉਹਨੇ ਦੁੱਗਲ ਨੇ ਮਿਸਿਸ ਦੁੱਗਲ ਨੇ ਅਸਤੀਫਾ ਦਿੱਤਾ ਹੈ ਤੇ ਜਦੋਂ ਅਸਤੀਫਾ ਦੇਣ ਵਾਲੀ ਗੱਲ ਕਰਦੀ ਸੀ ਜੀ ਉਹਨੂੰ ਤੁਸੀਂ ਦੇਖੋ ਕਿ ਉਹਦੀਆਂ ਚੀਕਾਂ ਨਿਕਲ ਗਈਆਂ ਸੀ। ਉਹ ਕਿੰਨਾ ਚਿਰ ਬੋਲ ਨਹੀਂ ਸਕੀ ਸੀ ਉਹਦਾ ਗਲਤ ਭਰ ਗਿਆ ਸੀ ਉਹਦੀ ਇੰਨੀ ਭੈੜੀ ਹਾਲਤ ਹੋਈ ਸੀ। ਔਰ ਗਾ ਪ੍ਰਧਾਨ ਜਿਹੜਾ ਉੱਥੇ ਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਦੀ ਸਥਿਤੀ ਦੇਖੋ ਮੁੱਖ ਮੰਤਰੀ ਅਜੇ ਤੱਕ ਵੀ ਡਿਫੈਂਡ ਕਰ ਰਿਹਾ। ਅੱਜ ਵੀ ਪ੍ਰੈਸ ਕਲੱਬ 'ਚ ਗਿਆ ਤੇ ਇਹ ਤਾਂ ਸਾਰਾ ਪੰਜਾਬ ਦਾ ਹੀ ਮੁੱਖ ਮੰਤਰੀ ਕਰਾਈ ਜਾਂਦਾ। ਦੂਜੇ ਤੁਸੀਂ ਦੇਖੋ ਇੱਕ ਹੋਰ ਦੇਖੋ ਜਿਹੜਾ ਕਿਸਾਨਾਂ ਦਾ ਫਿਰ ਰੋਹ ਕਿੰਨਾ ਸੀ। ਇੱਕ ਜਿਹੜਾ ਹੈਗਾ ਕੋਈ ਇਨਸਪੈਕਟਰ ਹੈਗਾ ਪੁਲਿਸ ਇਨਸਪੈਕਟਰ ਹੈ ਉਹ ਸਿੱਖ ਭਾਈਚਾਰੇ ਚੋਂ ਉਹ ਇਨਸਪੈਕਟਰ ਨੇ ਜਿਹੜਾ ਹੈਗਾ ਬਹੁਤ ਜ਼ਿਆਦਾ ਉੱਥੇ ਕੁੱਟ ਕਟਾਪਾ ਉਹ ਜਿਹੜਾ ਜੀ ਮੰਤਰੀ ਹੈ ਨਾ ਸੰਦੀਪ ਜਿਹੜਾ ਹਾਕੀ ਦਾ ਆਪਣਾ ਕੈਪਟਨ ਸੀਗਾ ਹਾਂਜੀ ਉਹਦੇ ਚਾਚੇ ਤਾਇਆਂ ਦਾ ਮੁੰਡਾ ਹੀ ਹੈ ਜਿਹੜਾ ਮੁੰਡਾ ਉੱਥੇ ਜਿਹੜਾ ਵਜ਼ੀਰ ਹੈ। ਅੱਛਾ ਬਸ ਫਿਰ ਉਹ ਫਿਰ ਵਜ਼ਾਰਤ ਵਾਲੀ ਗੱਲ ਆ ਗਈ। ਉਹਨੇ ਕੁੱਟਿਆ ਪਰ ਨਾਲ ਤੁਸੀਂ ਦੇਖੋ ਕਿ ਲੋਕਾਂ ਨੇ ਉਹਦੇ ਪਿੰਡ ਦੇ ਵਿੱਚ ਘਰਾਓ ਕੀਤਾ ਤੇ ਕਹਿੰਦੇ ਇਹਦਾ ਫੀਮ ਬਾਬਾ ਕੋਠੀਆਂ ਵੇਚੀਆਂ ਕਹਿੰਦੇ ਫਿਰ ਹਾਂ ਉਹਨਾਂ ਨੇ ਮਤਲਬ ਬਾਈਕਾਟ ਦਾ ਦਿੱਤਾ ਐਲਾਨ ਸੱਦਾ ਹਾਂ। ਔਰ ਇਹਦਾ ਨਾਲ ਦੇਖੋ ਤੁਸੀਂ ਕਿ ਜਦੋਂ ਇਹਨਾਂ ਨੇ ਕਟਾਪਾ ਚਾੜਤਾ ਇਮੀਡੀਏਟ ਜਿਹੜਾ ਹੈਗਾ ਚੜੂਨੀ ਨੇ ਇੱਕ ਕਾਲ ਦਿੱਤੀ ਤੇ ਉਸ ਕਾਲ ਦੇ ਆਧਾਰ ਦੇ ਉੱਤੇ ਹਰਿਆਣੇ ਦੀਆਂ ਸਾਰੀਆਂ ਸੜਕਾਂ ਜਾਮ ਹੋ ਗਈਆਂ ਸੀ। ਮੁੜ ਕੇ ਥੁੱਕਾ ਚੱਟਣਾ ਪਿਆ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਫਿਰ ਉਹ ਛੱਡਣੇ ਪਈ ਜੀ। ਉਹਨਾਂ ਦੇ ਛੱਡਣ ਤੋਂ ਬਾਅਦ ਬਹੁਤ ਵੱਡੀ ਗੱਲ ਕੀਤੀ ਸੰਯੁਕਤ ਕਿਸਾਨ ਮੋਰਚੇ ਨੇ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਵੀ ਪੰਜਾਬ ਦੇ ਲੋਕਾਂ ਨੂੰ ਕਰੋ। ਪੰਜਾਬ ਦੇ ਲੋਕਾਂ ਨੇ ਵੀ ਕੱਲ ਉਹਨਾਂ ਨਾਲ ਇੱਕ ਮੁੱਠਸਾਜ ਯਾਰ ਕਰਦਿਆਂ ਯਕਜਹਿਤੀ ਯਾਦ ਕਰਦਿਆਂ 2 ਘੰਟੇ ਦੇ ਲਈ ਬੰਦ ਰੱਖਿਆ ਵਾ। ਔਰ ਅੱਜ ਜਿਹੜੀ ਹੈਗੀ ਉੱਥੇ ਕਿਸਾਨ ਮਹਾਪੰਚਾਇਤ ਹੋਈ ਜਾਂਦੀ ਹੈ ਜੀ। ਕੱਲ ਵੀ ਨੂੰਹ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਈ ਸੀ। ਉਹ ਕਿਸਾਨ ਮਹਾਪੰਚਾਇਤ ਜਿਹੜਾ ਫੈਸਲਾ ਉਹਦਾ ਪਹਿਲਾਂ ਹੀ ਹੋਇਆ ਸੀ ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਮੰਗ ਕੀਤੀ ਹੈ ਕਿ ਇਸ SDM ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਏ ਜੀ ਕਿਉਂਕਿ ਉਹ ਹਾਲੇ ਤੱਕ ਮੇਰੇ ਖਿਆਲ 2018 ਬੈਚ ਦਾ ਹੈ 21 ਚੱਲਦੀ ਉਹਦਾ ਪ੍ਰੋਬੇਸ਼ਨ ਪੀਰੀਅਡ ਹੈ। ਬਿਲਕੁਲ ਬਰਖਾਸਤ ਨਹੀਂ ਜੀ ਕਹਿੰਦੇ ਹੁਣ ਕਤਲ ਦਾ ਮੁਕੱਦਮਾ ਦਰਜ ਕਰੋ ਤੇ ਹੋਰ ਕਰੋ ਕਿਉਂਕਿ ਕਈਆਂ ਦੀਆਂ ਅੱਖਾਂ ਵੀ ਨਿਕਲ ਗਈਆਂ ਜਿਵੇਂ ਰਿਪੋਰਟਾਂ ਆ ਰਹੀਆਂ। ਨਹੀਂ ਉਹਦੇ ਚੋਂ ਇੱਕ ਤਾਂ ਵਿਚਾਰਾ ਮਤਲਬ ਜਿਹੜਾ ਕੀ ਉਹਦਾ ਵਿਚਾਰੇ ਦਾ ਸੁਨੀਲ ਸੁਨੀਲ ਕਾਜਲਾ ਮਰ ਗਿਆ ਜਿਹੜਾ ਵਿਚਾਰਾ। ਹਾਂਜੀ ਰਾਏਪੁਰ ਜੱਟਾਂ ਦਾ ਕਰਨਾਲ 50 ਸਾਲ ਦਾ ਸਿਰਫ ਉਹਦੇ ਕੋਲ 1.5 ਕਿੱਲਾ ਜ਼ਮੀਨ ਸੀ ਤੇ ਜਿੱਦਾਂ ਦਾ ਇਹ ਅੰਦੋਲਨ ਚੱਲਿਆ ਉਸ ਦਿਨ ਦਾ ਉਹ ਉਸ ਅੰਦੋਲਨ ਦੇ ਵਿੱਚ ਸੀਗਾ। ਉਹਦੇ ਸੱਟਾਂ ਵੱਜੀਆਂ ਪਹਿਲਾਂ ਮੁੜ ਕੇ ਉਹ ਘਰੇ ਚਲਾ ਗਿਆ ਬਾਅਦ ਦੇ ਵਿੱਚ ਉਹਨੂੰ ਰਾਤ ਨੂੰ ਅਟੈਕ ਹੋ ਗਿਆ ਔਰ ਕਿਸਾਨਾਂ ਨੇ ਪੋਸਟਮਾਰਟਮ ਵੀ ਨਹੀਂ ਕਰਾਇਆ। ਇੱਥੋਂ ਤੱਕ ਕਿ ਜਿਹੜੇ ਲੋਕ ਕੁੱਟੇ ਗਏ ਵੇ ਹੈ ਜਿਹੜੇ ਲੋਕ ਕੁੱਟੇ ਗਏ ਹਸਪਤਾਲਾਂ ਦੇ ਵਿੱਚ ਉਹਨਾਂ ਦੇ ਹੈਗਾ ਮੈਡੀਕਲ ਲੀਗਲ ਵੀ ਨਹੀਂ ਕੀਤਾ ਹੀ ਨਹੀਂ। ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਮੈਡੀਕਲ ਲੀਗਲ ਕਰਾਓ ਸਾਰੇ ਥਾਵਾਂ ਦੇ ਉੱਤੇ ਡਾਕਟਰੀ ਮੁਆਇਨਾ ਕਰਵਾਓ ਇਹਨਾਂ ਤੇ ਕੇਸ ਰਜਿਸਟਰ ਕਰਾਵਾਂਗੇ ਜੀ। ਮੇਰੇ ਖਿਆਲ ਮੁਤਾਬਕ ਜਿਹੜਾ ਪੰਗਾ ਲੈ ਲਿਆ ਨਾ ਖੱਟਰ ਸਾਹਿਬ ਨੇ ਇਹ ਗਲਤ ਪੰਗਾ ਲੈ ਲਿਆ। ਅੱਜ ਵੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਉਹਨੇ ਪੰਜਾਬ ਦੇ ਉੱਤੇ ਇਲਜ਼ਾਮ ਲਾਏ। ਡਿਟੇਲ ਆ ਜੂਗੀ ਕੱਲ ਤੱਕ ਆਪਾਂ ਕੱਲ ਨੂੰ ਗੱਲ ਕਰਾਂਗੇ ਜੀ। ਲੇਕਿਨ ਜੋ ਕੁਝ ਹੋਇਆ ਮੇਰਾ ਖਿਆਲ ਹੈ ਵੀ ਇਹਨੂੰ ਅਸੀਂ ਕਹਾਂਗੇ ਕਿ ਇਹ ਇੰਤਹਾ ਹੈ ਜ਼ੁਲਮ ਦੀ ਸਿਖਰ ਹੈ। ਇਹੋ ਜਿਹਾ ਤਾਂ ਪਹਿਲਾਂ ਕਦੇ ਨਹੀਂ ਦੇਖਿਆ ਇੱਥੇ। ਹੁਣ ਸੀਨ ਦੇਖੀਏ ਤਾਨਾਸ਼ਾਹੀ ਹੋਰ ਕੀ ਤਾਨਾਸ਼ਾਹੀ ਹੈ। ਡਾਇਰ ਆਹੀ ਡਾਇਰ ਸੀ ਡਾਇਰ ਨੇ ਵੀ ਇਹੀ ਕੀਤਾ ਸੀ ਔਰ ਇਹਨਾਂ ਲੋਕਾਂ ਨੇ ਕੋਈ ਕਾਨੂੰਨ ਤਾਂ ਆਪਣੇ ਹੱਥ 'ਚ ਲਿਆ ਹੀ ਨਹੀਂ ਨਾ ਬੈਠੇ ਸੀ ਆਰਾਮ ਨਾਲ ਹਾਂਜੀ ਬਿਲਕੁਲ ਢਿੱਲੋਂ ਸਭ ਕੀ ਲੱਗਦਾ ਹੈ ਕਿ ਜਿਵੇਂ ਹੁਣ ਇਹ ਕਿਸਾਨਾਂ ਨੇ ਕਹਿੰਦੇ ਵੀ ਹੁਣ ਧਰਨਾ ਮਾਰ ਲਿਆ ਅੱਗੇ ਲੈ ਕੇ ਚੱਲਣਗੇ ਵੀ ਹੁਣ 2.5 ਲੱਖ ਜ਼ਖਮੀ ਨੂੰ ਮੁਆਵਜ਼ਾ ਦੂਜੀਆਂ ਨੌਕਰੀਆਂ ਹੁਣ ਕੀ ਸਰਕਾਰ ਪੰਜਾਬ ਵਾਂਗੂ ਕਰੂਗੀ ਉੱਥੇ? ਦੇਖੋ ਪੰਜਾਬ ਵਾਲੀ ਗੱਲ ਤਾਂ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਕਿਸਾਨ ਮੂਵਮੈਂਟ ਤਕੜੀ ਹੈ। ਕਿਸਾਨ ਮੂਵਮੈਂਟ ਤਾਂ ਅਸੀਂ ਉਹਨਾਂ ਦੀ ਵੀ ਘੱਟ ਨਹੀਂ ਕਹਿ ਸਕਦੇ ਉਹ ਵੀ ਬਹੁਤ ਤਕੜੀ ਹੈ। ਲੇਕਿਨ ਪੰਜਾਬ ਦੇ ਵਿੱਚ ਜਿਹੜੀ ਹੈ ਨਾ ਲੋਕ ਲੱਜ ਇੱਥੇ ਸਰਕਾਰ ਨੂੰ ਥੋੜ੍ਹੀ ਜਿਹੀ ਪਕਾਉਣੀ ਪੈਂਦੀ ਹੈ। ਜੇ ਹੁਣ ਅਸੀਂ ਪੰਜਾਬ ਦੀ ਦੇਖੀਏ ਪੰਜਾਬ ਦਾ ਮੁਕਾਬਲਾ ਕਿਵੇਂ ਕਰਨਗੇ? ਜਿੰਨੇ ਬੰਦੇ ਬਾਰਡਰਾਂ ਦੇ ਉੱਤੇ ਸ਼ਹੀਦ ਹੋਏ ਆ ਪੰਜਾਬ ਦੀ ਸਰਕਾਰ ਨੇ ਸਿਧਾਂਤਕ ਫੈਸਲਾ ਕਰ ਲਿਆ ਕਿ ਹਰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸ਼ਹੀਦ ਹੁੰਦਾ ਹੈ ਉਹਨੂੰ 5 ਲੱਖ ਰੁਪਈਆ ਮੁਆਵਜ਼ਾ ਦੇਣਾ ਜੀ। ਉਹਨਾਂ ਦੇ ਪਰਿਵਾਰ ਦਾ ਜੇ ਕੋਈ ਯੋਗ ਬੱਚਾ ਹੈਗਾ ਉਸ ਬੱਚੇ ਨੂੰ ਉਹਦੇ ਵਾਰਸ ਨੂੰ ਜਿਹੜਾ ਕਿਸਾਨ ਸ਼ਹੀਦ ਹੁੰਦਾ ਹੈ ਉਹਨੂੰ ਸਰਕਾਰੀ ਨੌਕਰੀ ਦੇਣੀ ਹੈ।
ਉੱਥੇ ਇੱਥੇ ਤਾਂ ਹਾਲਤ ਹੈ ਕਿ ਪੰਜਾਬ ਵਾਲਿਆਂ ਨੇ ਤਾਂ ਆਪਣਾ ਕਰਕੇ ਕਰ ਲਿਆ ਕਿ ਅਸੀਂ ਇੰਨੇ ਬੰਦੇ ਨੂੰ ਨੌਕਰੀ ਦਿੱਤੀ, ਇੰਨੇ ਬੰਦੇ ਸਾਡੇ ਸ਼ਹੀਦ ਹੋਏ। ਸਥਿਤੀ ਭਾਰਤ ਸਰਕਾਰ ਦੀ ਕਿੱਡੀ ਮਤਲਬ ਜਿਹੜੀ ਹੈਗੀ ਆ, ਮੈਂ ਕਹੂੰਗਾ ਜ਼ਾਲਮ ਸਰਕਾਰ ਹੈ। ਪਾਰਲੀਮੈਂਟ ਦੇ ਵਿੱਚ ਕਹਿੰਦੇ ਜੀ ਸਾਡੇ ਕੋਲ ਤਾਂ ਅੰਕੜੇ ਹੀ ਨਹੀਂ, ਕਿੰਨੇ ਲੋਕ ਮਰ ਗਏ। ਇਹ ਅੰਕੜੇ ਕਿੱਥੋਂ ਆਉਣੇ? ਅੰਕੜੇ ਤਾਂ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗਦਾ, ਰੋਜ਼ ਅਖਬਾਰ ਲੱਗਦੇ, ਤੁਹਾਡੇ ਕੋਲ ਏਜੰਸੀਆਂ ਉਹਦੇ ਵਿੱਚੋਂ ਕੱਢ ਸਕਦੇ। ਤੁਸੀਂ ਜ਼ਿਲ੍ਹਿਆਂ ਦੇ ਵਿੱਚੋਂ ਰਿਪੋਰਟਾਂ ਮੰਗ ਸਕਦੇ ਹੋ। ਜੇ ਪੰਜਾਬ ਦੇ ਅੰਕੜੇ ਪੰਜਾਬ ਸਰਕਾਰ ਕੋਲੇ ਹੈਗੇ ਤਾਂ ਤੁਹਾਡੇ ਕੋਲੇ ਕਿਉਂ ਨਹੀਂ ਗਏ? ਅੰਕੜੇ ਤਾਂ ਆ ਹੀ ਸਕਦੇ, ਮਤਲਬ ਉਹਨਾਂ ਨੇ ਕਰਨਾ ਕੁਛ ਨਹੀਂ। ਵੈਸੇ ਇੱਕ ਚੀਜ਼ ਹੈ ਢਿੱਲੋਂ ਸਾਹਿਬ, ਜਿਹੜੀ ਕੱਲ STM ਦੀ ਵੀਡੀਓ ਵਾਇਰਲ ਹੋਈ ਆ, ਹਾਂਜੀ, NDTV ਨੇ ਚੱਕੀ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਰੂਬੀਕਾ ਲਿਆਕਤ ਜਿਹੜੀ ਹੈਗੀ ਆ ਅੱਜ ਤੱਕ ਵਾਲੀ ਬੜਾ ਬੋਲਦੀ ਹੈ, ਤੁਹਾਨੂੰ ਪਤਾ ਉਲਟ ਸੁਲਟ ਕਿਸਾਨਾਂ ਦੇ, ਪਰ ਉਹਨੇ ਹੀ ਮਾਂ ਦੀ ਧੀ ਨੇ ਜਿਗਰਾ ਕੱਢ ਲਿਆ ਵੀ ਨਹੀਂ ਇਹ ਬਹੁਤ ਗਲਤ ਆ ਤੇ ਇਹਦੇ ਉੱਤੇ ਖਿਲਾਫ। ਕਿਉਂਕਿ ਕੱਲ ਮੈਂ ਟਵਿੱਟਰ ਦੇ ਵਿੱਚ ਜਿੰਨਾ ਦੇਖਿਆ ਸਭ ਤੋਂ ਵੱਧ ਟਰੋਲ ਜੇ ਹੋਇਆ ਤਾਂ ਇਹ SDM ਸਿਨਹਾ ਹੀ ਹੋਇਆ। ਇਹਦੀ ਬਹੁਤ ਦੱਬ ਕੇ ਰੇਲ ਬਣੀ ਆ ਉਹਦੇ ਉੱਤੇ, ਠੀਕ ਹੈ ਜੀ, ਪੂਰਾ ਪ੍ਰੈਸ਼ਰ ਹਰ ਸਭਾ ਤੋਂ, ਖਾਸ ਕਰਕੇ ਮੀਡੀਆ ਸੈਕਸ਼ਨ ਤੋਂ, ਵੀ ਜੇ ਕੋਈ ਇਹ ਥੋੜਾ ਵੀ ਜੇ ਕੋਈ ਬੰਦਾ ਇੱਥੇ ਪਹੁੰਚ ਗਿਆ ਤੇ ਉਹਦੇ ਕੋਲੇ ਕਿਹੜਾ ਗਾ ਤੋਪ ਵੀੜੀ ਵੀ ਹੈ ਵੀ ਤੁਸੀਂ ਕਹਿ ਦਿਓ ਵੀ ਸਿਰ ਪਾੜ ਦੇ। ਸਿਰ ਪਾੜਨ ਵਾਲਾ ਕਦੇ ਵੀ ਸਰਕਾਰੀ ਜਿਹੜਾ ਅਫਸਰ ਆ ਉਹ ਹੁਕਮ ਦੇ ਹੀ ਨਹੀਂ ਸਕਦਾ ਵੀ ਤੁਸੀਂ ਸਿੱਧਾ ਲੱਠ ਸਿਰ ਮੇ ਮਾਰੋ। ਹਾਂ, ਉਹ ਤਾਂ ਕਹਿੰਦਾ ਬੰਦੇ ਮਾਰੋ, ਇਹਦਾ ਮਤਲਬ ਇਹ ਜੇ ਸਿਰ ਤੇ ਤੁਸੀਂ ਡਾਂਗ ਮਾਰੋ ਤਾਂ ਕਤਲ ਕਰ ਦਿਓ, ਬਸ ਗੱਲ ਖਤਮ। ਮਰਨੇ ਵੀ ਇਹ ਫਿਕਰ ਹੋ, ਤੁਹਾਨੂੰ ਕਹਿੰਦਾ ਕਿਸੇ ਹਦਾਇਤ ਦੀ ਲੋੜ ਨਹੀਂ, ਮੈਂ ਡਿਊਟੀ ਮੈਜਿਸਟ੍ਰੇਟ ਆ, ਮੈਂ ਤੁਹਾਨੂੰ ਹੁਕਮ, ਮੈਂ ਲਿਖ ਕੇ ਕਹਿੰਦਾ ਲਿਖਤੀ ਦੀ ਵੀ ਨਹੀਂ ਲੋੜ, ਕਹਿੰਦਾ ਚੱਲ ਬਸ ਗੱਲ ਖਤਮ। ਹਾਂ, ਔਰ ਜਿਸ ਤਰ੍ਹਾਂ ਤਰੀਕੇ ਜਿਹੜੀ ਪੁਲਿਸ ਪਾਰਟੀ ਟੀਮ ਉਹਦੇ ਸਾਹਮਣੇ ਖੜੋਤੀ ਹੈ, ਉਹਨੇ ਤਾਂ ਹੁੰਗਾਰਾ ਭਰਵਾਇਆ। ਹੁੰਗਾਰਾ ਮੈਂ ਬੋਲੋ, ਹਾਂ ਯੈਸ ਸਰ, ਯੈਸ ਸਰ ਬੋਲੋ, ਲੜੋਗੇ ਯੈਸ ਸਰ, ਮਾਰੋਗੇ ਯੈਸ ਸਰ, ਇਸ ਤਰ੍ਹਾਂ ਕਰਦੇ ਰਹੇ। ਇਹ ਕੋਈ ਡੈਮੋਕ੍ਰੈਟਿਕ ਸਰਕਾਰ ਦੇ ਵਿੱਚ ਥੋੜਾ ਕੁਝ ਹੁੰਦਾ, ਇਹ ਲੋਕਤੰਤਰ ਦੇ ਵਿੱਚ ਨਹੀਂ ਨਾ ਹੁੰਦਾ। ਇਹ ਤਾਂ ਜਿਹੜੀ ਹੈ ਉਹ ਜਿਵੇਂ ਤੁਹਾਡਾ ਤਾਲਿਬਾਨ ਹੁੰਦਾ, ਉਹਨੇ ਬਹੁਤ ਵਧੀਆ ਗੱਲ ਕਹੀ ਹੈ ਰਕੇਸ਼ ਟਿਕੈਤ ਨੇ ਕਿਹਾ ਵੀ ਇੱਥੇ ਤਾਂ ਤਾਲਿਬਾਨਾਂ ਦੇ ਰਾਹੀਂ ਰਾਜ ਕੀਤਾ ਜਾ ਰਿਹਾ। ਇਹ ਤਾਲਿਬਾਨ ਹੀ ਹੈ ਜਿਹੜੇ ਇਸ ਕਿਸਮ ਦੇ ਬਿਊਰੋਕਰੇਟ ਹੈ। ਤਾਲਿਬਾਨ ਹੋਰ ਤਾਲਿਬਾਨਾਂ ਦੇ ਸਿੰਘ ਲੱਗੇ ਹੁੰਦੇ। ਬਿਲਕੁਲ ਜੀ। ਤੇ ਹੁਣ ਅੱਜ ਜੀ ਆਪਾਂ ਕਾਂਗਰਸ ਦੇ ਵਿੱਚ ਪਹਿਲਾਂ ਤਾਂ ਬਿਆਨ ਦਿੱਤਾ ਸੀਗਾ, ਪ੍ਰਧਾਨ ਸਾਹਿਬ ਨੇ ਵੀ ਕਹਿੰਦਾ ਮੈਂ ਇੱਟ ਨਾਲ ਇੱਟ ਖੜਕਾ, ਪਰ ਹੁਣ ਪ੍ਰਗਟ ਸਿੰਘ ਨੇ ਵੀ ਹਰੀਸ਼ ਰਾਵਤ ਤੇ ਹਮਲਾ ਕੀਤਾ ਜੀ। ਦੇਖੋ ਦਾਨੇਵਾਲ ਸਾਹਿਬ, ਚਾਹੇ ਹਰੀਸ਼ ਰਾਵਤ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਇਹ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ, ਹੁਣ ਵੀ ਸਾਰੀ ਇਹ ਗੱਲ ਕਰਨੀ ਬਣਦੀ ਹੈ ਕਿ ਅਸਲ ਦੇ ਵਿੱਚ ਹੈ ਨਾ, ਜਿਵੇਂ ਆਪਾਂ ਅਕਾਲੀ ਦਲ ਦੀ ਗੱਲ ਕਰਕੇ ਹਟੇ ਕਿ ਕਾਰਪੋਰੇਟ ਜਿਹੜੀ ਹੈਗੀ ਹੈ ਸਿਸਟਮ ਵਾਂਗੂ ਪਾਰਟੀ ਨੂੰ ਚਲਾਉਂਦੇ ਆ, ਲਗਭਗ ਇਹੀ ਚੀਜ਼ ਸਾਰੀਆਂ ਪਾਰਟੀਆਂ 'ਚ ਹੋ ਗਈ। ਚਾਹੇ ਉਹ ਕਾਂਗਰਸ ਪਾਰਟੀ ਹੈ, ਆਪਾਂ ਪੰਜਾਬ ਦੇ ਸੰਦਰਭ 'ਚ ਹੀ ਕਰ ਲਈਏ, ਚਾਹੇ ਉਹ ਅਕਾਲੀ ਦਲ ਹੈ। ਅਕਾਲੀ ਦਲ ਰੀਜਨਲ ਪਾਰਟੀ ਹੈ, ਇਹਨਾਂ ਦਾ ਸਿਸਟਮ ਇੱਥੇ ਚੱਲੀ ਜਾਂਦਾ ਜੀ। ਕਾਂਗਰਸ ਪਾਰਟੀ ਕੌਮੀ ਪਾਰਟੀ ਹੈ, ਉਹ ਦਿੱਲੀ ਤੋਂ ਚਲਾਉਂਦੀ ਹੈ ਜੀ। ਆਮ ਆਦਮੀ ਪਾਰਟੀ ਸਭ ਤੋਂ ਨਵੀਂ ਪਾਰਟੀ ਹੈ, ਔਰ ਉਹਨਾਂ ਦਾ ਜੁਗਾੜ ਜਿਹੜਾ ਹੈਗਾ ਬਹੁਤਾ ਸਾਰੇ ਦੇਸ਼ ਦੇ ਵਿੱਚ ਹੈ ਵੀ ਨਹੀਂ। ਜਿਆਦਾ ਦਿੱਲੀ ਦੇ ਵਿੱਚ ਹੈ, ਤੇ ਦਿੱਲੀ ਤੋਂ ਬਾਅਦ ਦੂਜਾ ਨੰਬਰ ਜੇ ਕਿਤੇ ਆਉਂਦਾ ਤਾਂ ਪੰਜਾਬ ਦੇ ਵਿੱਚ ਆਉਂਦਾ। ਹੁਣ ਤੁਸੀਂ ਉੱਥੇ ਦਾ ਵੀ ਦੇਖ ਲਓ ਕੀ ਹੋਇਆ ਜੀ। ਸੁਖਬੀਰ ਸਿੰਘ ਬਾਦਲ ਦੀ ਆਪਾਂ ਗੱਲ ਕਰ ਲਈ, ਆਮ ਆਦਮੀ ਪਾਰਟੀ ਦਾ ਜਿਹੜਾ ਵੀ ਕੋਈ ਫੈਸਲਾ ਲਿਆ ਜਾਂਦਾ ਉਹ ਦਿੱਲੀ ਵਾਲੇ ਲੈਂਦੇ ਆ। ਦਿਖਾਵੇ ਦੇ ਤੌਰ ਤੇ ਕਹਿੰਦਾ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਸਟਰਕਚਰ ਹੈ, ਭਗਵੰਤ ਸਿੰਘ ਮਾਨ ਉਹਨਾਂ ਦਾ ਪ੍ਰਧਾਨ ਹੈ ਜੀ। ਲੇਕਿਨ ਭਗਵੰਤ ਸਿੰਘ ਮਾਨ ਦੀ ਬਜਾਏ ਜਿਹੜੇ ਫੈਸਲੇ ਲੈਂਦੇ ਆ, ਕਹਿੰਦੇ ਜੀ ਇੰਚਾਰਜ ਲਊਗਾ। ਇੰਚਾਰਜ ਲਾਤਾ ਜਰਨੈਲ ਸਿੰਘ ਉਹ ਵੀ ਦੇਖ ਲਓ ਫਿਰ। ਨਹੀਂ ਜਰਨੈਲ ਸਿੰਘ ਇੰਚਾਰਜ ਲਾਤਾ, ਪਰ ਜਰਨੈਲ ਸਿੰਘ ਦੇ ਕੋਲੇ ਪਾਵਰ ਕੋਈ ਨਹੀਂ ਜੀ। ਇੰਚਾਰਜ ਲਾਉਣ ਦਾ ਕੀ ਮਤਲਬ ਹੈ? ਕਿਉਂਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਭਾਈਚਾਰਾ ਸਿੱਖ ਹੈ, ਉਹਦਾ ਚਿਹਰਾ ਮੋਹਰਾ ਜਰਨੈਲ ਸਿੰਘ ਦਾ ਸਿੱਖ ਹੈ, ਉਹਨੂੰ ਇੱਕ ਸਿੱਖੀ ਦੇ ਰੂਪ ਦੇ ਵਿੱਚ ਬੰਦੇ ਨੂੰ ਭੇਜਤਾ। ਪਾਵਰਾਂ ਕਿਹਦੇ ਕੋਲੇ ਹੈ ਜੀ? ਰਾਘਵ ਚੱਡਾ। ਹਾਂ, ਰਾਘਵ ਚੱਡੇ ਨੇ ਹੁਣ ਇਹ ਗੱਲ ਕਹੀ ਸੀਗੀ ਨਾ ਵੀ ਮੈਂ ਸਾਡੀ ਗੱਲ ਚੱਲ ਰਹੀ ਹੈ SPS ਓਬਰਾਏ ਨਾਲ ਜੀ, ਉਹ ਚੋਣ ਲੜੇ। ਓਬਰਾਏ ਸਾਹਿਬ ਨੇ ਕਹਿੰਦਾ ਕਿ ਹਾਂ ਮੇਰੇ ਕੋਲੇ ਕਹਿੰਦੇ ਪਰ ਮੈਂ ਨਹੀਂ ਚੋਣ ਲੜਨੀ। ਮੈਂ ਜਵਾਬ ਦੇ ਚੁੱਕਾ, ਮੇਰੇ ਨਾਲ ਇਹਨਾਂ ਦੀ ਕੋਈ ਮੀਟਿੰਗ ਨਹੀਂ ਹੋਈ, ਮੇਰੇ ਟੈਲੀਫੋਨ ਤੇ ਜਾਂ ਮੈਸੇਜ ਵਗੈਰਾ ਆਉਂਦੇ ਰਹੇ ਜੀ। ਉਹ ਤੇ ਫਿਰ ਉਹਨੇ ਇਹਦੇ ਨਾਲ ਇੱਕ ਡਿਬੇਟ ਛੇੜ ਲਈ। ਜਿੱਦਣ ਸੇਵਾ ਸਿੰਘ ਸੇਖਵਾਂ ਨੂੰ ਜੁਆਇਨ ਕਰਵਾਇਆ ਕੇਜਰੀਵਾਲ ਸਾਹਿਬ ਆਉਂਦੇ ਹੈ, ਆਉਣ ਤੋਂ ਤੁਸੀਂ ਇਹ ਦੇਖੋ ਸਾਰੀ ਬਣੇਗੀ। ਦੇਖੋ ਭਗਵੰਤ ਸਿੰਘ ਮਾਨ ਹਵਾਈ ਅੱਡੇ ਤੇ ਜਾਂਦੇ ਜੀ, ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਵੀ ਗੱਡੀ 'ਚ ਬੈਠਦੇ ਹੈ, ਸੇਵਾ ਸਿੰਘ ਸੇਖਵਾਂ ਦੇ ਘਰ ਆਉਂਦੇ ਹੈ। ਤੁਸੀਂ ਗੱਡੀ ਦੇ ਵਿੱਚ ਬੈਠ ਕੇ ਤੁਹਾਨੂੰ ਇਹ ਲੱਗਦਾ ਸਿੱਖਲਾ ਨਾਲ ਬੈਠਾ, ਐਂ ਲੱਗਦਾ 20 ਕਿਲੋਮੀਟਰ ਦੂਰੀਆਂ। ਉਹ ਗੱਲਾਂ ਨਹੀਂ ਸੀ, ਤਾੜੀ ਹੈ ਨਹੀਂ ਸੀ। ਫਿਰ ਤੁਸੀਂ ਦੇਖੋ ਕਿ ਜਦੋਂ ਗੱਲ ਕੀਤੀ ਹੈ ਸੇਖਵਾਂ ਨਾਲ, ਅੰਦਰ ਕੇਜਰੀਵਾਲ ਸਾਹਿਬ ਕਰਦੇ ਆ, ਬਾਹਰ ਆ ਕੇ ਮਾਈਕ ਕਿਹਦੇ ਹੱਥ 'ਚ ਹੈ? ਆਮ ਤੌਰ ਦੇ ਉੱਤੇ ਸਟੇਟ ਪ੍ਰੈਜ਼ੀਡੈਂਟ ਦੇ ਹੱਥ 'ਚ ਹੁੰਦੇ ਆ ਜਦੋਂ ਨੈਸ਼ਨਲ ਪ੍ਰੈਜ਼ੀਡੈਂਟ ਆਇਆ ਹੋਵੇ ਜਾਂ ਨੈਸ਼ਨਲ ਆਇਆ ਹੋਵੇ, ਲੇਕਿਨ ਉਹਦੇ ਭਗਵੰਤ ਸਿੰਘ ਮਾਨ ਦੇ ਹੱਥ ਵਿੱਚ ਨਹੀਂ ਸੀ ਮਾਈਕ। ਕਿਹਨੂੰ ਫੜਾਇਆ ਸੀ? ਸੇਖਵਾਂ ਸਾਹਿਬ ਨੇ ਗੱਲਬਾਤ ਕਰਕੇ ਆਪਣੀ ਗੱਲ ਕਹਿ ਕੇ ਤੇ ਸਿੱਧਾ ਮਾਈਕ ਕਿਹਨੂੰ ਫੜਾਤਾ? ਭਗਵੰਤ ਦੀ ਬਜਾਏ ਕੇਜਰੀਵਾਲ ਨੂੰ। ਕੇਜਰੀਵਾਲ ਨੇ ਆਪਣੀ ਗੱਲ ਕਹੀ, ਗੱਲ ਕਹਿਣ ਤੋਂ ਬਾਅਦ ਉੱਥੋਂ ਫੇਰ ਚਲੇ ਗਏ। ਔਰ ਉਹ ਤੋਂ ਬਾਅਦ ਵੀ ਕਹਿੰਦੇ ਆ ਕਿ ਫੇਰ ਕੋਸ਼ਿਸ਼ ਕੀਤੀ ਭਗਵੰਤ ਸਿੰਘ ਮਾਨ ਨੇ ਕਿ ਮੈਂ ਗੱਲ ਕਰ ਲਵਾਂ, ਲੇਕਿਨ ਕਹਿੰਦੇ ਜਿੱਥੇ ਜਾ ਕੇ ਗੱਲ ਕੀਤੀ ਜੀ ਉੱਥੇ ਭਗਵੰਤ ਸਿੰਘ ਮਾਨ ਨੂੰ ਤੇ ਹਰਪਾਲ ਸਿੰਘ ਚੀਮਾ ਨੂੰ ਕਮਰੇ 'ਚ ਬਹਾਤਾ। ਕਿਹਦੇ ਨਾਲ ਕੀਤੀ ਜੀ? ਰਾਘਵ ਚੱਡੇ ਨਾਲ।
ਹੁਣ ਰਾਘਵ ਚੱਡਾ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਹੈਗੀ ਹੈ ਸਾਰੀ ਜਿਹੜੀ ਹੈ ਰੂਪਰੇਖਾ ਉਹ ਤਿਆਰ ਕਰ ਰਿਹਾ ਹੈ। ਇਹੀ ਸਥਿਤੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਹੈ ਜੀ। ਕਾਂਗਰਸ ਨੇ ਹੁਣ ਇੱਥੇ ਲਾਤਾ ਤੁਹਾਡਾ ਰਾਵਤ ਸਾਹਿਬ ਨੂੰ ਇੰਚਾਰਜ। ਰਾਵਤ ਸਾਹਿਬ ਨੇ ਰੰਗ ਕਿੰਨੇ ਬਦਲੇ, ਕਦੇ ਉਹ ਕੋਈ ਰੰਗ ਬਦਲ ਲੈਂਦਾ, ਕਦੇ ਕੋਈ ਰੰਗ ਬਦਲ ਲੈਂਦਾ। ਸਭ ਤੋਂ ਪਹਿਲਾਂ ਰਾਵਤ ਸਾਹਿਬ ਜਦੋਂ ਆਏ ਹੈ ਉਹ ਮਗਰ ਜਿਵੇਂ ਲੀਲਾ ਫਿਰਦਾ ਹੁੰਦਾ ਭਗਵੰਤ ਨਵਜੋਤ ਸਿੰਘ ਸਿੱਧੂ ਦੇ ਮਗਰ ਆਏ ਫਿਰਦੇ ਸੀ ਜੀ। ਨਵਜੋਤ ਸਿੰਘ ਸਿੱਧੂ ਨੂੰ ਉਹੀ ਬਦਨੀ ਕਲਾ ਲੈ ਕੇ ਔਰ ਬਦਨੀ ਕਲਾ ਆ ਕੇ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਮਤਲਬ ਆਪਣੀ ਗੱਲ ਕਹੀ ਹੈ ਉਸ ਦੇ ਤੇ ਇਤਰਾਜ਼ ਵੀ ਉਹਨਾਂ ਨੇ ਕੀਤਾ। ਅਗਲੇ ਦਿਨ ਚਲੇ ਗਏ, ਅਖੀਰ ਅਲਟੀਮੇਟਲੀ ਉਹਨਾਂ ਨੂੰ ਪ੍ਰਧਾਨ ਬਣਾ ਕੇ ਹਟੇ ਜੀ। ਹੁਣ ਜਦੋਂ ਅਗਲੇ ਤੁਸੀਂ ਪ੍ਰਧਾਨ ਬਣਾ ਲਿਆ, ਉਹ ਆਪਣੀ ਮਰਜ਼ੀ, ਜਿਹੜਾ ਆਪਣੇ ਮਰਜ਼ੀ ਐਡਵਾਈਜ਼ਰ ਲਾਵੇ, ਸਾਰਾ ਕੁਝ ਲਾ ਲੇ, ਐਡਵਾਈਜ਼ਰ ਲਾ ਲੇ। ਪਹਿਲੀ ਗੱਲ ਐਡਵਾਈਜ਼ਰ ਉਹਨੇ ਲਾ ਲਏ, ਉਹਦੀ ਚੋਣ ਕਰਨੀ ਬਣਦੀ ਸੀ ਜੀ। ਫਿਰ ਐਡਵਾਈਜ਼ਰ ਦੇ ਮਾਮਲੇ ਦੇ ਉੱਤੇ ਤੁਸੀਂ ਉਹਦਾ ਸਟੈਂਡ ਕੀ ਹੈ? ਪਹਿਲਾਂ ਕਹਿੰਦਾ ਉਹਦਾ ਪ੍ਰਾਈਵੇਟ ਬੰਦੇ ਜੀ, ਸਾਡਾ ਕੀ ਤਲਕ ਹੈ ਉਹਦੇ ਨਾਲ ਜੀ। ਫਿਰ ਕਹਿੰਦਾ ਜੀ ਇਹਨਾਂ ਨੂੰ ਹਟਾਉਣੇ ਪੈਣਗੇ ਕਿਉਂਕਿ ਮਾਲੀ ਹੋਰਾਂ ਦੇ ਕੁਝ ਜਦੋਂ ਬਿਆਨ ਇਹੋ ਜਿਹੇ ਆ ਗਏ, ਹਟਾਉਣੇ ਪੈਣਗੇ। ਉਹ ਕਹਿੰਦੇ ਜੀ ਨਹੀਂ ਹਟਦੇ, ਕਹਿੰਦੇ ਨਹੀਂ ਹਟਦੇ ਤਾਂ ਫਿਰ ਸਾਨੂੰ ਹਟਾਉਣੇ ਪੈਣਗੇ, ਅਸੀਂ ਹੁਕਮ ਦੇਵਾਂਗੇ। ਬਾਅਦ ਦੇ ਵਿੱਚ ਮਾਲੀ ਹੋਰਾਂ ਨੇ ਆਪਣੇ ਆਪ ਹੀ ਅਸਤੀਫਾ ਦਿੱਤਾ, ਉਹ ਹੋ ਗਿਆ ਸਾਰਾ ਕੁਝ। ਹੁਣ ਉਹਨੇ ਕੱਲ ਜਦੋਂ ਇਹ ਗਏ ਆ ਤੁਹਾਡੇ ਬਾਗੀ ਜੀ, ਤ੍ਰਿਪਤ ਰਜਿੰਦਰ ਬਾਜਵਾ, ਸੁੱਖੀ ਰੰਧਾਵਾ, ਤੁਹਾਡਾ ਚਰਨਜੀਤ ਚੰਨੀ ਤੇ ਸੁਕਾਰੀਆ ਜੀ, 3 MLA ਸੀ ਨਾਲ। ਇਹ ਉੱਥੇ ਗਏ, ਇਹਨਾਂ ਨੂੰ ਮਿਲਣ ਤੋਂ ਪਹਿਲਾਂ ਤਾਂ ਬੁਲਾ ਲਿਆ ਉੱਥੇ ਜੀ। ਮਿਲਣ ਤੋਂ ਪਹਿਲਾਂ ਹੀ ਕਹਿਤਾ ਜੀ ਅਗਲੀ ਅਗਵਾਈ ਜਿਹੜੀ ਹੈਗੀ ਹੈ ਚੋਣ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਲਬੂਤੇ ਲੜਾਂਗੇ। ਹੁਣ ਉਹਦੇ ਤੇ ਪ੍ਰਗਟ ਸਿੰਘ ਨੇ ਜਿਹੜਾ ਅਟੈਕ ਕੀਤਾ ਹੈ, ਪ੍ਰਗਟ ਸਿੰਘ ਕਹਿੰਦਾ ਵੀ ਇਹ ਦੱਸੇ ਰਾਵਤ ਵੀ ਫੈਸਲਾ ਕਿੱਥੇ ਹੋਇਆ ਕੀਤਾ। ਉਹ ਕਹਿੰਦੇ ਜਿਹੜੀ ਖੜਗੇ ਕਮੇਟੀ ਹੈ, ਖੜਗੇ ਕਮੇਟੀ ਨੇ ਕੱਲੇ MLA ਨਾਲ ਗੱਲ ਕੀਤੀ ਹੈ, ਸਾਰਿਆਂ ਨਾਲ ਗੱਲ ਕੀਤੀ, ਸਾਰਿਆਂ ਦਾ ਉਹਨਾਂ ਨੇ ਪੱਖ ਲਿਆ। ਸਾਰਿਆਂ ਨਾਲ ਪੱਖ ਲੈਣ ਤੋਂ ਬਾਅਦ ਉਹਨਾਂ ਨੇ ਸੋਨੀਆ ਗਾਂਧੀ ਨੂੰ ਰਿਪੋਰਟ ਦਿੱਤੀ। ਉਸ ਰਿਪੋਰਟ ਦੇ ਵਿੱਚ ਕੀ ਲਿਖਿਆ? ਉਹਦੇ ਵਿੱਚ ਇਹ ਲਿਖਿਆ ਹੈ ਕਿ ਜਿਹੜੀ ਅਗਲੀ ਚੋਣ ਹੈ, ਅਗਲੀ ਚੋਣ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀ ਜਾਣੀ ਹੈ। ਕਿਸੇ ਬੰਦੇ ਦੇ ਪੰਜਾਬ ਦਾ ਨਾਂ ਹੀ ਹੈ ਨਹੀਂ। ਇਹ ਕਹਿੰਦੇ ਵੀ ਰਾਵਤ ਕੌਣ ਹੈ ਇਹ ਫੈਸਲਾ ਕਰਨ ਵਾਲਾ, ਕਿੱਥੇ ਫੈਸਲਾ ਹੋਇਆ? ਗੱਲ ਇਹ ਵੀ ਠੀਕ ਹੈ। ਜਾਂ ਤਾਂ ਹੁਣ ਰਾਵਤ ਇਹ ਦੱਸੇ ਕਿ ਮੈਨੂੰ ਸੋਨੀਆ ਗਾਂਧੀ ਨੇ ਕਿਹਾ ਜਾਂ ਮੈਨੂੰ ਰਾਹੁਲ ਗਾਂਧੀ ਨੇ ਕਿਹਾ, ਜਾਂ ਫਿਰ ਜਿਹੜੀ ਕਾਮ ਗੱਲ ਹੈ, ਜਿਹੜੀ ਮੈਨੂੰ ਮਾਲੀ ਦੀ ਗੱਲ ਬੜੀ ਪਿਆਰੀ ਲੱਗੀ, ਉਹ ਕਹਿੰਦੇ ਜਿਹੜੀ ਹਾਈ ਕਮਾਂਡ ਕਲਚਰ ਹੈ ਨਾ ਤੇ ਜਿਹੜਾ ਇੰਚਾਰਜ ਵਾਲਾ ਗੱਲ ਹੈ, ਕਹਿੰਦਾ ਪੰਜਾਬ ਨੂੰ ਤਾਂ ਸੋਨੇ ਦੀ ਖਾਨ ਸਮਝ ਛੱਡੇ ਨੇ। ਜਿਹੜਾ ਬੰਦਾ ਆਉਂਦਾ, ਖੈਰ ਆਪਾਂ ਤਾਂ ਮਾਲੀ ਤੋਂ ਵੀ ਪਹਿਲਾਂ ਕਰਦਾ ਸੀ, ਤੁਹਾਡੇ ਯਾਦ ਹੈ ਨਾ ਆਪਾਂ ਕਹਿੰਦੇ ਉੱਤਰਾਖੰਡ 'ਚ ਵੀ ਚੋਣਾਂ ਹੋਣਾ। ਹਾਂ ਬਿਲਕੁਲ। ਹਾਂ, ਉੱਥੇ ਵੀ ਲੋੜ ਆ ਸਮਾਨ ਦੀ, ਉਹ ਪੈਸੇ ਧੇਲੇ ਦੀ ਲੋੜ। ਹੁਣ ਪੈਸਾ ਧੇਲਾ ਜੇ ਤਾਂ ਭਾਈ ਉਧਰੋਂ ਮਿਲ ਜਾਂਦਾ ਥੋੜਾ ਬਹੁਤਾ ਤਾਂ ਉਹ ਉਧਰ ਨੂੰ ਹੋ ਜਾਂਦਾ ਹੈ ਜੀ। ਜੇ ਉਧਰੋਂ ਮਿਲ ਜਾਂਦਾ ਤਾਂ ਉਧਰ ਨੂੰ ਹੋ ਜਾਂਦਾ। ਆਪਾਂ ਨਹੀਂ ਕਹਿੰਦੇ, ਪਰ ਮਾਲੀ ਦੀ ਗੱਲ ਦੇ ਵਿੱਚ ਇਹ ਗੱਲਾਂ ਆਉਂਦੀਆਂ। ਸੋ ਪ੍ਰਗਟ ਸਿੰਘ ਨੇ ਜਿਹੜਾ ਹੈਗਾ ਬੜਾ ਦਲੇਰੀ ਨਾਲ ਉਹਨੇ ਗੱਲ ਕਹੀ ਹੈ ਕਿ ਸਿੱਧੇ ਹੋ ਕੇ ਤੁਸੀਂ ਇੱਕ ਗੱਲ ਕਰੋ ਜੀ। ਉਹ ਤੋਂ ਤੁਹਾਡੀ ਯਾਦ ਉਹਨੇ ਪੰਜਾਬ ਦਾ ਕਲੇਸ਼ ਪਿਆ ਤੇ ਨਹੀਂ ਕਿਹਾ ਸੀ ਜੀ ਮੈਂ ਪੰਜਾਬ ਜਾ ਕੇ ਕਲੇਸ਼ ਮੁਕਾਊਂਗਾ, ਆਇਆ ਨਹੀਂ ਬੰਦਾ ਜੀ, ਕਲੇਸ਼ ਹੋਰ ਵੱਧ ਗਿਆ। ਹੁਣ 3-4 ਦਿਨ ਹੋ ਗਏ ਸੋਨੀਆ ਗਾਂਧੀ ਨੂੰ ਤੇ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ। ਫਿਰ ਕਹਿੰਦਾ ਕਿ ਮੈਂ ਨੈਕਸਟ ਵੀਕ ਪੰਜਾਬ ਜਾਊਂਗਾ। ਅੱਜ ਸੋਮਵਾਰ ਹੋ ਗਿਆ, ਅੱਜ ਤੱਕ ਤਾਂ ਆਇਆ ਨਹੀਂ ਜੀ। ਅੱਜ ਫਿਰ ਕਹਿੰਦਾ ਵੀ 1-2 ਦਿਨਾਂ ਨੂੰ ਮੈਂ ਫਿਰ ਆਊਂਗਾ। ਇਹ ਆਉਂਦਾ ਨਹੀਂ ਆਉਂਦਾ, ਕੀ ਹੁੰਦਾ ਕੀ ਨਹੀਂ। ਅਕਾਲੀ ਦਲ ਨੇ ਆਪਣੀ ਕੰਪੇਨ ਸ਼ੁਰੂ ਕਰਤੀ, 100 ਦਿਨਾਂ ਦਾ ਪ੍ਰੋਗਰਾਮ ਬਣਾਇਆ ਵਾ ਸੁਖਬੀਰ ਬਾਦਲ ਨੇ। ਜਿੱਥੇ ਉਹ ਜਾਂਦਾ ਜਾ ਕੇ ਆਪਣਾ ਕੰਮ ਕਰਦਾ, ਚਲੋ ਉਹਨੂੰ ਚੰਗਾ ਕਹੇ ਕੋਈ ਮਾੜਾ ਕਹੇ ਕੁਛ ਵੀ ਕਹੇ, ਉਹਦੀ ਕੰਪੇਨ ਤਾਂ ਚੱਲਦੀ ਹੈ ਜੀ। ਆਮ ਆਦਮੀ ਪਾਰਟੀ ਦੀ ਕੰਪੇਨ ਚੱਲਦੀ ਹੈ, ਲੋਕਲ ਬੰਦੇ ਵੀ ਲੱਗੇ ਪਏ, ਉਹਨਾਂ ਦੀ ਨੈਸ਼ਨਲ ਲੀਡਰਸ਼ਿਪ ਵੀ ਲੱਗੀ ਹੋਈ ਹੈ। ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੈ ਜਿਹੜੀ ਡਾਂਗੀ ਹੋਈ ਜਾਂਦੀ ਹੈ। ਔਰ ਇਹ ਡਾਂਗੋ ਡਾਂਗੀ ਜਿਹੜੀ ਹੋ ਰਹੀ ਹੈ ਜੀ, ਇਹ ਕਾਂਗਰਸ ਦੀ ਪਾਰਟੀ ਪੰਜਾਬ 'ਚ ਆਪ ਨਹੀਂ ਹੋ ਰਹੀ, ਇਹ ਦਿੱਲੀ ਵਾਲੇ ਕਰਵਾ ਰਹੇ। 2 ਹਿੱਸੇ ਬਣਾ ਕੇ, 2 ਉਹਨਾਂ ਦਾ ਟਕਰਾ ਕਰਾ ਕੇ ਆਪਣਾ ਹਿੱਤ ਕੱਢਦੇ, ਔਰ ਇਹ ਹਿੱਤ ਕੱਢਦੇ ਆਪਣਾ ਬੇੜਾ ਗਰਕ ਕਰ ਲੈਣਗੇ। ਕੋਈ ਪੰਜਾਬ 'ਚੋਂ ਗਈ, ਰਾਜਸਥਾਨ 'ਚੋਂ ਜਾਣ ਵਾਲੀ ਹੈ, ਹਾਲਾਤ ਉੱਥੇ ਵੀ ਜਿਹੜੇ ਹੈਗੇ ਆ ਕੋਈ ਚੰਗੇ ਨਹੀਂ ਗਏ, ਤੇ ਰਹਿ ਗਿਆ ਫਿਰ ਇਹਨਾਂ ਕੋਲ। ਛੱਤੀਸਗੜ੍ਹ ਦਾ ਆਪਾਂ ਦੇਖਿਆ, ਛੱਤੀਸਗੜ੍ਹ ਦੇ ਵਿੱਚ 1 ਹਫ਼ਤੇ ਦੇ ਵਿੱਚ 2 ਵਾਰੀ ਬੁਲਾ ਲਿਆ ਜਿਹੜਾ ਭੁਪੇਸ਼ ਬਘੇਲ ਆ ਉੱਥੋਂ ਦਾ ਮੁੱਖ ਮੰਤਰੀ। ਪਹਿਲਾਂ ਉਹਨੂੰ ਬੁਲਾਇਆ, ਉਹਨੇ ਕਨਵਿੰਸ ਕਰ ਰਿਹਾ ਜੀ, ਰਾਹੁਲ ਗਾਂਧੀ ਨੂੰ ਕਿਹਾ ਵੀ ਲੋਕ ਮੇਰੇ ਨਾਲ ਹੈ, MLA ਮੇਰੇ ਨਾਲ ਹੈ। ਫਿਰ ਦੂਸਰਾ ਮਿਲ ਲਿਆ ਜਿਹੜਾ ਵਿਰੋਧੀ ਉਹਦਾ ਹੈਲਥ ਮਿਨਿਸਟਰ, ਉਹਨੇ ਕਿਹਾ ਜੀ ਮੇਰੇ ਤੁਸੀਂ ਸਮਝੌਤਾ ਕਰਵਾਇਆ ਸੀ ਵੀ 2.5 ਸਾਲ ਰਾਜ ਮੈਂ ਕਰੂੰਗਾ, 2.5 ਸਾਲ ਇਹ ਕਰਨਗੇ। ਆਮ ਤੌਰ ਤੇ ਆਪਾਂ ਦੇਖਦੇ ਜਦੋਂ ਕੋਲੀਸ਼ਨ ਸਰਕਾਰ ਬਣਦੀ ਹੈ ਜੀ, 2 ਪਾਰਟੀਆਂ ਬਣਾਉਣ ਤਾਂ ਉੱਥੇ ਵੰਡੀ ਪਾ ਲੈਂਦੇ ਹੁੰਦੇ। ਜਾਂ ਪਿੰਡਾਂ 'ਚ ਵੰਡੀ ਪੈ ਜਾਂਦੀ ਜੀ, ਪਾਰਟੀ ਬਾਜੀ ਵੀ ਭਾਈ ਐਤਕੀ ਜਿਹੜੀ ਹੈ ਸਰਪੰਚੀ ਦਾ ਫੈਸਲਾ ਨਹੀਂ, ਉੱਥੇ ਉਹ ਕਹਿੰਦੇ ਯਾਰ 2 ਲੜੋ ਨਾ ਤੁਸੀਂ ਆਪਸ ਵਿੱਚ, ਅੱਧਾ ਟਾਈਮ ਤੂੰ ਕਰ ਲਈ ਤੇ ਅੱਧਾ ਆਪਦੀ ਪਾਰਟੀ ਤਾਂ ਕਦੇ ਨਹੀਂ ਹੁੰਦਾ। ਇਹਨਾਂ ਨੇ 2.5 ਸਾਲ ਵਾਸਤੇ ਬਣਤਾ। ਅਜੇ ਤੱਕ ਭੁਪੇਸ਼ ਬਘੇਲ ਛੱਤੀਸਗੜ੍ਹ ਪਹੁੰਚਿਆ, ਫਿਰ ਫੋਨ ਕਰਤਾ ਵੀ ਆ ਤੂੰ। ਤੇ ਦੂਜੀ ਵਾਰੀ ਪਤਾ ਕੀ ਹੋਇਆ, ਦੂਜੀ ਵਾਰੀ ਉਹ MLA ਨੂੰ ਜਹਾਜ਼ ਚੜਾ ਕੇ ਲੈ ਕੇ ਆਇਆ। ਅੱਛਾ ਜੀ, ਉਹਨੇ ਪਰੇਡ ਕਰਾਈ ਵੀ ਆ MLA ਮੇਰੇ ਨਾਲ ਹੈ। ਹਾਂਜੀ, ਪੂਰੇ ਉਹਨੇ ਬਹੁਤ ਗਿਣਤੀ ਆਪਦੀ ਦਿਖਾਤੀ। ਕੁਛ MLA ਤੇ 5 ਉਹਦੇ ਨਾਲ ਮਗਰੋਂ ਆ ਗਏ, ਉਹ ਕਿੱਦਾਂ ਬੈਠੇ। ਫਿਰ ਉਹਨੇ ਕਹਿੰਦਾ ਵੀ ਆ ਕੇ ਉੱਥੇ ਦੇਖ ਲਓ ਲੋਕ ਕੀ ਕਹਿੰਦੇ। ਹੁਣ ਰਾਹੁਲ ਗਾਂਧੀ ਕਹਿੰਦਾ ਮੈਂ ਹੁਣ ਛੱਤੀਸਗੜ੍ਹ ਜਾਊਂਗਾ, ਪੰਜਾਬ ਦਾ ਕੰਮ ਮੁੱਕਿਆ ਨਹੀਂ, ਰਾਜਸਥਾਨ ਦਾ ਉਲਝਿਆ ਪਿਆ
ਤੇ ਛੱਤੀਸਗੜ੍ਹ ਵਿੱਢ ਲਿਆ। ਛੱਤੀਸਗੜ੍ਹ ਵਾਲਾ ਪੈ ਗਿਆ ਤੇ ਕਰ ਗਿਆ। ਉਹ ਤੋਂ ਪਹਿਲਾਂ ਤੁਸੀਂ ਦੇਖੋ ਕਿੰਨੇ ਵੀ ਆਪ ਦਾ ਤੁਹਾਡਾ ਹਾਲ ਕੀ ਹੈ? ਆਪ ਦਾ ਹਾਲ ਇਹ ਵੀ ਮੱਧ ਪ੍ਰਦੇਸ਼ ਇਹਨਾਂ ਕੋਲੋਂ ਨਿਕਲ ਗਈ, ਕਰਨਾਟਕਾ ਇਹਨਾਂ ਦੇ ਕੋਲੋਂ ਨਿਕਲ ਗਈ, ਰਹਿ ਕੀ ਗਿਆ ਇਕੱਲੇ। ਤੇ ਆ ਮੇਰਾ ਖਿਆਲ ਆ ਵੀ ਆ ਰਹਿ ਗਏ 3-4 ਮਹੀਨਿਆਂ 'ਚ ਪੰਜਾਬ ਵੀ ਨਿਕਲ ਜਾਣਾ ਤੇ ਸਾਰਾ ਕੁਝ ਨਿਕਲ ਜੂਗਾ। ਫਿਰ ਗੋਂਗਲੂ ਝੜ ਗਏ ਬਸ ਉਹ ਹੈ ਕੀ ਕਹਿੰਦੇ ਹੁੰਦੇ ਵੀ ਉਹ ਲਾਸ਼ਾਂ ਦੇ ਉੱਤੇ ਫਿਰ ਪੋਲਿਟਿਕਸ ਕਰੀ ਜਾਏ ਬੈਠੇ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਤੁਹਾਡਾ ਮਿਹਰਬਾਨੀ। ਸੋ ਪ੍ਰੋਗਰਾਮ ਸਮਾਧਾਨ ਇਸੇ ਤਰ੍ਹਾਂ ਜਾਰੀ ਰਹੇਗਾ। ਜੁੜੇ ਰਹੋ ਰੇਡੀਓ ਪੰਜਾਬ ਟੁਡੇ।